मैं मनवीर कौर सोशल पोस्ट ਵੇਖ ਰਹੀ ਸਾਰੀ ਆਡੀਅנס ਦਾ ਸਵਾਗਤ ਕਰਦੀ ਹਾਂ। ਅੱਜ ਦਾ ਪ੍ਰੋਗਰਾਮ ਆਪਾਂ ਇੱਕ ਯਾਦਗਾਰ ਦੇ ਤੌਰ ਤੇ ਜਾਂ ਆਪਾਂ ਇਹਦਾ ਮੈਮਰੀ ਆਫ ਜੋ ਜਾਪਾਨ ਦੇ ਵਿੱਚ ਅਮਰੀਕਾ ਵੱਲੋਂ ਨਿਊਕਲੀਅਰ ਬੰਬ ਸੁੱਟਿਆ ਗਿਆ ਸੀ ਉਹਦੇ ਤੋਂ ਸ਼ੁਰੂ ਹੋਈ ਇੱਕ ਚਰਚਾ ਦੇ ਆਧਾਰ ਦੇ ਉੱਤੇ ਕਰ ਰਹੇ ਹੈਗੇ ਆ। ਗੱਲ ਕਰਨੀ ਜ਼ਰੂਰੀ ਬਣਦੀ ਹੈ ਕਿ ਅੱਜ ਤੋਂ 78 ਸਾਲ ਪਹਿਲਾਂ 78 years ago ਜਾਪਾਨ ਦੇ ਦੋ ਸ਼ਹਿਰਾਂ ਦੇ ਵਿੱਚ ਨਿਊਕਲੀਅਰ ਬੰਬ ਦੁਨੀਆ ਦੇ ਵਿੱਚ ਪਹਿਲੀ ਵਾਰੀ ਨਿਊਕਲੀਅਰ ਬੰਬ ਸੁੱਟਿਆ ਗਿਆ ਜਾਪਾਨ ਦੇ ਇਹਨਾਂ ਦੋ ਸ਼ਹਿਰਾਂ ਦੇ ਵਿੱਚ। ਇੱਕ ਸ਼ਹਿਰ ਦੇ ਵਿੱਚ 1.5 ਲੱਖ ਲੋਕ ਮਰੇ ਇਮੀਡੀਏਟਲੀ ਔਰ ਦੂਸਰੇ ਸ਼ਹਿਰ ਦੇ ਵਿੱਚ 70,000 ਲੋਕ ਔਰ ਉਸ ਤੋਂ ਬਾਅਦ ਵੀ hundreds of millions of ਲੋਕ ਉਸ ਰੇਡੀਏਸ਼ਨ ਐਕਸਪੋਜ਼ਰ ਤੋਂ ਬਾਅਦ ਉਸ ਜਿਹੜਾ ਉੱਥੇ ਧੂਆਂ ਪੈਦਾ ਹੋਇਆ ਜੋ ਉੱਥੇ ਸ਼ੌਕ ਵੇਵਸ ਪੈਦਾ ਹੋਈਆਂ ਉਹਦੇ ਨਾਲ ਇੰਜਰ ਹੋਏ ਬਿਮਾਰ ਹੋਏ ਔਰ ਉਹਨਾਂ ਦੇ ਜੈਨੇਟਿਕਸ ਜਿਹੜੇ ਨੇ ਉਹਨਾਂ ਦੇ ਡੀਐਨਏ ਤੇ ਵੀ ਘਾਤਕ ਅਸਰ ਪਿਆ। ਉਹਨਾਂ ਦੀਆਂ ਨਸਲਾਂ ਜਿਹੜੀਆਂ ਸੀ ਉਹ ਵੀ ਖਰਾਬ ਹੋਈਆਂ। ਉਸ ਤੋਂ ਬਾਅਦ ਜਿਹੜਾ ਮੀਂਹ ਪਿਆ ਜਿਹਨੂੰ ਬਲੈਕ ਰੇਨ ਕਹਿੰਦੇ ਨੇ ਉਹਦੇ ਵਿੱਚ ਵੀ 1.25 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਇਆ। ਸਭ ਤੋਂ ਗੈਰ ਮਨੁੱਖੀ ਵਰਤਾਰਾ ਵਾਰ ਦਾ ਨਿਊਕਲੀਅਰ ਬੰਬ ਸੀ ਜੋ ਜਾਪਾਨ ਦੇ ਵਿੱਚ 1945 ਇੱਕ 6 ਅਗਸਤ 1945 ਔਰ ਉਸ ਤੋਂ 3 ਦਿਨਾਂ ਬਾਅਦ 9 ਅਗਸਤ 1945 ਨੂੰ ਸੁੱਟਿਆ ਗਿਆ ਔਰ ਉਸ ਤੋਂ ਕੁਝ ਦਿਨਾਂ ਬਾਅਦ ਮਹਿਜ 15 ਅਗਸਤ ਤੱਕ ਆਂਦੇ ਆਂਦੇ ਜਾਪਾਨ ਜਿਹੜਾ ਹੈ ਸਰੈਂਡਰ ਕਰ ਚੁੱਕਾ ਸੀ ਅਮਰੀਕਾ ਨੂੰ ਔਰ ਵਰਲਡ ਵਾਰ 2 ਐਂਡ ਹੋ ਚੁੱਕੀ ਸੀ। ਕਈ ਹਿਸਟੋਰੀਅਨਸ ਦਾ ਕਹਿਣਾ ਹੈ ਕਿ ਵਰਲਡ ਵਾਰ 2 ਤਾਂ ਪਹਿਲਾਂ ਹੀ ਐਂਡ ਹੋ ਚੁੱਕੀ ਸੀ। ਇਹ ਅਮਰੀਕਾ ਨੇ ਆਪਣੀ ਸੁਪਰ ਪਾਵਰ ਆਪਣੇ ਆਪ ਨੂੰ ਸੁਪਰ ਪਾਵਰ ਦਿਖਾਉਣ ਲਈ ਔਰ ਦੁਨੀਆ ਦੇ ਅੱਗੇ ਆਪਣੇ ਆਪ ਨੂੰ ਇਸ ਤਰ੍ਹਾਂ ਪ੍ਰੈਜ਼ੈਂਟ ਕਰਨ ਲਈ ਕਿ ਅਮਰੀਕਾ ਕੋਲ ਉਹ ਵਿਨਾਸ਼ਕ ਘਾਤਕ ਗੈਰ ਮਨੁੱਖੀ ਹਥਿਆਰ ਨੇ ਕਿ ਉਹ ਪੂਰੀ ਦੁਨੀਆ ਨੂੰ ਤਬਾਹ ਕਰ ਸਕਦਾ। ਇਸ ਕਰਕੇ ਬੰਬ ਜਿਹੜੇ ਆ ਉੱਥੇ ਟੈਸਟ ਕੀਤੇ ਗਏ ਸੀ। ਕੱਲੀ ਗੱਲ ਨਿਊਕਲੀਅਰ ਵਾਰ ਦੀ ਨਹੀਂ ਹੈਗੀ, ਗੱਲ ਹੋਰ ਹਥਿਆਰਾਂ ਦੀ ਵੀ ਹੈ। ਗੱਲ ਇਹ ਹੈ ਕਿ ਆਪਾਂ 78 years ਪਾਸ ਹੋਣ ਤੋਂ ਬਾਅਦ ਵੀ ਕੀ ਸਿੱਖਿਆ। ਮੈਂ ਉਸ ਪ੍ਰੋਗਰਾਮ ਨੂੰ ਦੇਖ ਰਹੀ ਸੀ ਜੋ ਜਾਪਾਨ ਦੀ ਸਰਕਾਰ ਨੇ ਆਰਗੇਨਾਈਜ਼ ਕੀਤਾ ਹੈ ਤੇ ਉਹਦੇ ਵਿੱਚ ਜੋ ਜਾਪਾਨ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਦੀ ਸਰਕਾਰ ਦੇ ਮਿਨਿਸਟਰ ਨੇ ਜਿਹੜੇ ਉਹਨਾਂ ਦਾ ਕਹਿਣਾ ਇਹ ਸੀਗਾ ਜਦੋਂ ਉੱਥੇ ਉਹ ਉਹਨਾਂ ਦੀ ਯਾਦ ਦੇ ਵਿੱਚ ਜਿਹੜੇ ਵਿਕਟਿਮ ਸੀ ਨਿਊਕਲੀਅਰ ਬੰਬ ਅਟੈਕ ਦੇ ਉਹਨਾਂ ਦੀ ਯਾਦ ਦੇ ਵਿੱਚ ਇਹ ਕਹਿੰਦੇ ਨੇ ਕਿ ਜਿਹੜੀ ਨਿਊਕਲੀਅਰ ਡੈਟਰੈਂਸ ਹੈ ਮਤਲਬ ਕਿ ਨਿਊਕਲੀਅਰ ਨੂੰ ਰੋਕਣ ਵਾਲਾ ਜਿਹੜਾ ਇੱਕ ਪ੍ਰੋਗਰਾਮ ਹੈਗਾ ਉਹ ਸਿਰਫ ਫੋਲੀ ਹੈ, ਉਹ ਝੂਠ ਹੈ, ਸ਼ੈਮ ਹੈ, ਉਹਦੇ ਵਿੱਚ ਕੁਝ ਵੀ ਨਹੀਂ ਔਰ ਇਹ ਆਪਾਂ ਨੂੰ ਨਜ਼ਰ ਵੀ ਆਉਂਦਾ ਕਿਉਂਕਿ ਅਕਸਰ ਆਪਾਂ ਇੰਡੀਆ ਦੇ ਸੰਦਰਭ 'ਚ ਗੱਲ ਕਰੀਏ ਤਾਂ ਆਪਾਂ ਦੇਖਦੇ ਹੈਗੇ ਆ ਕਿ ਕਿਵੇਂ ਪਾਕਿਸਤਾਨ, ਇੰਡੀਆ, ਚਾਈਨਾ ਇੱਕ ਨਿਊਕਲੀਅਰ ਪਾਵਰਸ ਨੇ ਔਰ ਇਹ ਨਿਊਕਲੀਅਰ ਪਾਵਰ ਕਹਾਉਣਾ ਵੀ ਇੱਕ ਦੂਸਰੇ ਨੂੰ ਧਮਕਾਉਣ ਦਾ ਡਰਾਉਣ ਦਾ ਇੱਕ ਬਹੁਤ ਵੱਡਾ ਜ਼ਰੀਆ ਹੈ। ਅੱਜ ਕੱਲ੍ਹ ਤਾਂ ਦੇਸ਼ ਦੇ ਦੁਨੀਆ ਦੇ ਕਈ ਛੋਟੇ ਛੋਟੇ ਦੇਸ਼ ਵੀ ਜਿਹੜੇ ਨੇ ਉਹ ਨਿਊਕਲੀਅਰ ਪਾਵਰ ਦੇ ਵਿੱਚ ਨੇ। ਸੋ ਫਿਰ ਨਿਊਕਲੀਅਰ ਡੈਟਰੈਂਸ ਕਿੱਥੇ ਹੈ, ਕਿੱਥੇ ਆਪਾਂ ਕੀ ਲੈਸਨ ਸਿੱਖੇ ਨੇ ਉਸ ਨਿਊਕਲੀਅਰ ਬੰਬ ਜਿਹੜਾ ਜਾਪਾਨ 'ਚ ਸੁੱਟਿਆ ਗਿਆ ਜਿਹੜੀ ਉਹਦਾ ਵਿਨਾਸ਼ਕਾਰੀ ਸਿੱਟੇ ਪੀੜ੍ਹੀਆਂ ਤੱਕ ਜਨਰੇਸ਼ਨਸ ਤੱਕ ਆਪਾਂ ਅੱਜ ਵੀ ਦੇਖਦੇ ਪਏ ਹੈਗੇ ਉਹ ਤੋਂ ਆਪਾਂ ਕੀ ਸਿੱਖਿਆ। ਨਾਲ ਹੀ ਯੂਕਰੇਨ ਰਸ਼ੀਆ ਵਾਰ ਚੱਲ ਰਹੀ ਹੈ ਪਰ ਹਥਿਆਰਾਂ ਦੀ ਦੌੜ ਉਹਦੇ ਵਿੱਚ ਮੁਲਕ ਸ਼ਾਮਲ ਨੇ। ਆਪਣਾ ਭਾਰਤ ਵੀ ਬਹੁਤ ਅਗਾਂਹ ਤੱਕ ਵੱਧ ਚੁੱਕਾ ਹੈ। ਇਹੋ ਜਿਹੇ ਦੇਸ਼ ਵੀ ਹਥਿਆਰਾਂ ਦੀ ਦੌੜ 'ਚ ਸ਼ਾਮਿਲ ਨੇ। ਵੱਡੇ ਤੋਂ ਵੱਡਾ ਘਾਤਕ ਤੋਂ ਘਾਤਕ ਹਥਿਆਰ ਜਿਹੜਾ ਉਹ ਲੈਣਾ ਚਾਹੁੰਦੇ ਨੇ ਚਾਹੇ ਉੱਥੋਂ ਦੇ ਲੋਕ ਜਿਹੜੇ ਨੇ ਉਹ ਭੁੱਖਮਰੀ ਦੇ ਨਾਲ ਮਰਦੇ ਹੋਣ, ਚਾਹੇ ਲੋਕਾਂ ਦੇ ਸੋਕਾ ਪਿਆ ਹੋਵੇ, ਫੈਮੀਨ ਪਿਆ ਹੋਵੇ, ਤਾਂ ਵੀ ਹਥਿਆਰਾਂ ਦੀ ਦੌੜ ਦੇ ਵਿੱਚ ਕੋਈ ਵੀ ਦੇਸ਼ ਪਿੱਛੇ ਨਹੀਂ ਰਹਿਣਾ ਚਾਹੁੰਦਾ। ਇਸੇ ਮਸਲੇ ਤੇ ਚਰਚਾ ਕਰਾਂਗੇ, ਗੱਲਾਂ ਜਾਣਾਂਗੇ ਡਾਕਟਰ ਕੁਲਦੀਪ ਸਿੰਘ ਹੋਣਾ ਤੋਂ। ਡਾਕਟਰ ਕੁਲਦੀਪ ਸਿੰਘ ਦੇ ਆਰਟੀਕਲ ਉਹਨਾਂ ਦੇ ਜਿਹੜੇ ਸ਼ਬਦ ਨੇ ਤੁਸੀਂ ਪੜ੍ਹਦੇ ਰਹਿੰਦੇ ਹੋਵੋਗੇ ਅਖਬਾਰਾਂ ਦੇ ਵਿੱਚ। ਮੈਂ ਸਭ ਨੂੰ ਸ਼ਾਮਿਲ ਕਰਦੇ ਹੋਏ ਉਹਨਾਂ ਦਾ ਸਵਾਗਤ ਕਰਦੀ ਹਾਂ। ਥੈਂਕ ਯੂ ਸਰ। ਮਨਵੀਰ, ਇਸ ਕਿਸਮ ਦੇ ਤਰਾਸਦਿਕ ਮਸਲੇ ਪ੍ਰਤੀ ਸੈਂਸਿਟਾਈਜ਼ ਕਰਨਾ ਤੇ ਸੈਂਸਿਟਿਵ ਬਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਖਿਆਲ ਹੀ ਨਹੀਂ ਸੀ ਕੀਤਾ ਜਾ ਰਿਹਾ ਜਦੋਂ ਇਹ ਘਟਨਾ ਵਾਪਰਦੀ ਆ 1945 ਦੀ। ਉਹ ਤੋਂ 6 ਮਹੀਨੇ ਬਾਅਦ ਦੁਨੀਆ ਭਰ ਦੇ ਸਾਇੰਟਿਸਟਾਂ ਨੂੰ ਆਇਨਸਟਾਈਨ ਇਕੱਠੇ ਕਰਕੇ 11 ਤੇ 12 ਜਨਵਰੀ ਨੂੰ 1946 ਨੂੰ ਇੱਕ ਸਟੇਟਮੈਂਟ ਜਾਰੀ ਕਰਦੇ ਆ ਕਿ ਇੱਕ ਵਰਲਡ ਪੀਸ ਦੁਨੀਆ ਭਰ 'ਚ ਜੇ ਨਹੀਂ ਖੜੇ ਕਰਾਂਗੇ ਤਾਂ ਇਹ ਸਾਰੀ ਜਿਹੜੀ ਮਨੁੱਖਤਾ ਵਾ ਇਹ ਸਾਡੇ ਲਈ ਬਹੁਤ ਸਾਇੰਟਿਸਟਾਂ ਲਈ ਵੀ ਤੇ ਸਾਡੀ ਮਨੁੱਖਤਾ ਲਈ ਬੜੀ ਭਿਆਨਕ ਹੈ ਕਿ ਸਾਨੂੰ ਆਪਣੀ ਡਾਇਰੈਕਸ਼ਨ ਬਦਲਣੀ ਪੈਣੀ ਹੈ। ਤਾਂ ਉਹਨਾਂ ਨੇ ਉਸ ਡਾਇਰੈਕਸ਼ਨ ਲਈ ਜਦੋਂ ਪ੍ਰੋਗਰਾਮ ਕੀਤਾ ਜਾਣਾ ਸੀ ਅਮਰੀਕਾ ਦੇ ਵਿੱਚ ਵੀ ਉਸ ਨੂੰ ਰੋਕ ਦਿੱਤਾ ਗਿਆ ਪਰ ਉਹਨਾਂ ਨੇ ਆਪਣਾ ਕੰਮ ਜਾਰੀ ਰੱਖਿਆ ਤੇ ਉਹ ਇਹ ਜਿਹੜੀ ਤਰਾਸਦੀ ਵਾਪਰੀ ਆ ਇਹਦੇ ਤੋਂ ਲੈਸਨ ਸਿੱਖਣ ਦੀ ਥਾਂ ਤੇ ਕਿਉਂਕਿ ਜਿਸ ਕਿਸਮ ਨਾਲ ਇਹ ਵਾਰ ਖਤਮ ਹੋਣ ਵੱਲ ਦੇ ਕੰਢੇ ਤੇ ਸੀਗੀ, ਇਹ ਸਾਰੇ ਦੇ ਤੱਥ ਨੇ, ਫੈਕਟ ਨੇ, ਫਿਗਰਸ ਨੇ। ਹਾਲਾਂਕਿ 1947 ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ ਸੀ ਜਦੋਂ ਪਹਿਲੀ ਵਰਲਡ ਵਾਰ
ਦੇ ਵਿੱਚ ਤਬਾਹੀਆਂ ਮੱਚੀਆਂ ਸੀਗੀਆਂ, ਉਦੋਂ ਉਹਨਾਂ ਨੇ ਕਿਹਾ ਸੀਗਾ ਵੀ ਮੇਰੇ ਲਈ ਸਭ ਤੋਂ ਵੱਡੀ ਸ਼ੌਕਿੰਗ ਆ ਵੀ ਆਉਣ ਵਾਲੇ ਸਮੇਂ 'ਚ ਜਿਹੜੇ ਸਿਵਿਲੀਅਨ ਆ ਉਹਨਾਂ ਤੇ ਕਿਸੇ ਕਿਸਮ ਦਾ ਕੋਈ ਵੀ ਕਿਸੇ ਸ਼ਹਿਰ ਤੇ ਅਟੈਕ ਨਹੀਂ ਹੋਣਾ ਚਾਹੀਦਾ। ਉਸ ਨੂੰ ਸੰਬੋਧਨ ਦੇ ਵਿੱਚ ਕਰਦਿਆਂ ਉਹਨਾਂ ਦੇ ਉੱਥੋਂ ਦੇ ਰਾਸ਼ਟਰਪਤੀ ਨੇ, ਜਿਹਦੇ ਵਿੱਚ 6 ਮੁਲਕ ਸੀ, ਫਰਾਂਸ ਸੀ, ਈਵਨ ਰਸ਼ੀਆ ਸੀ, ਈਵਨ ਜਰਮਨ ਸੀ, ਸਾਰਿਆਂ ਨੂੰ ਉਹਨਾਂ ਨੇ ਅਪੀਲ ਕੀਤੀ ਸੀ ਕਿ ਆਪਾਂ ਸਿਵਿਲੀਅਨ ਦੇ ਉੱਪਰ ਅਟੈਕ ਵਾਲਾ ਨਾ ਕਰੀਏ। ਪਰ ਇਸ ਕਿਸਮ ਦੀ ਟ੍ਰੈਜਡੀ ਉਹਨਾਂ ਨੇ ਖੁਦ ਉਸੇ ਮੁਲਕ ਨੇ ਉਹਨਾਂ ਦੇ ਰਾਸ਼ਟਰਪਤੀ ਟਰੂਮੈਨ ਨੇ ਇਸੇ ਕਿਸਮ ਦੀ ਟ੍ਰੈਜਡੀ ਹੈ ਜਿਹੜੀ ਇਹ 6 ਅਗਸਤ ਤੇ 9 ਅਗਸਤ 1945 ਨੂੰ ਸਾਰੇ ਦੁਨੀਆ ਦੇ ਸਾਹਮਣੇ ਦਿਖਾਤਾ, ਜਦੋਂ ਵਾਰ ਖਤਮ ਹੋ ਚੁੱਕੀ ਸੀ। ਤੇ ਇੱਕ ਉਹਨਾਂ ਨੇ ਡਾਇਰੈਕਸ਼ਨ ਤੈਅ ਕਰਕੇ ਉਦੋਂ ਬਾਅਦ ਚ ਇਹ ਸੀਗਾ ਵੀ ਜਿੰਨੀ ਪੀਸ ਮੂਵਮੈਂਟ ਚੱਲੀ ਆ ਜਾਂ ਦੁਨੀਆ ਭਰ ਦੀਆਂ ਜਿਸ ਲੈਵਲ ਤੇ ਸ਼ਕਤੀਆਂ ਖੜੀਆਂ ਹੋ ਰਹੀਆਂ ਨੇ, ਪਰ ਜਦੋਂ ਅਸੀਂ ਇਤਿਹਾਸ ਤੇ ਅੱਜ 78 ਸਾਲ ਬਾਅਦ ਦੇਖਦੇ ਹਾਂ ਕਿ ਉਸ ਤੋਂ ਅਸੀਂ ਕੋਈ ਵੀ ਲੈਸਨ ਨਹੀਂ ਸਿੱਖਿਆ। ਉਹ ਲੱਖਾਂ ਲੋਕ ਜਿਹੜੇ ਇਸ ਵਾਰ ਦੇ ਵਿੱਚ, ਇਸ ਲੜਾਈ 'ਚ, ਇਸ ਮਤਲਬ ਨਿਹੱਕੀ ਜੰਗ ਦੇ ਵਿੱਚ ਆਮ ਸ਼ਹਿਰੀ ਜਿਹੜੇ ਮਾਰੇ ਗਏ, ਉਹ ਲਗਾਤਾਰ ਹੀ ਗਾਂਹ ਦੀ ਗਾਂਹ ਵੱਧਦੇ ਗਏ ਆ। ਇੱਕ ਨੀਗਾ ਹੀਰੋਸ਼ੀਮਾ ਨਾਗਾਸਾਕੀ ਤੋਂ ਬਾਅਦ ਇਰਾਕ ਆ ਗਿਆ, ਅਫਗਾਨਿਸਤਾਨ ਆ ਗਿਆ, ਬਹੁਤ ਦੁਨੀਆ ਦੇ ਮੁਲਕ ਛੋਟੇ ਛੋਟੇ ਗਾਂਹ ਦੀ ਗਾਂਹ, ਅੱਜ ਯੂਕਰੇਨ ਇਸ ਕੜੀ ਦੇ ਵਿੱਚ ਚੱਲਿਆ ਹੋਇਆ। ਇਹ ਵਾਰ ਦੀ ਜਿਹੜੀ ਮੈਨਹੈਟਨ ਪ੍ਰੋਜੈਕਟ ਆ, ਜਿਹਦੀ ਨੀਂਹ ਆ ਉਹ ਉਸੇ ਤਰ੍ਹਾਂ ਬਰਕਰਾਰ ਰੱਖੀ ਆ, ਉਹ ਸਟਰੋਂਗ ਹੋਈ ਆ, ਜਿਹਦੇ ਅਮਰੀਕਾ ਦਾ ਮਿਲਟਰੀ ਇੰਡਸਟਰੀਅਲ ਕੰਪਲੈਕਸ ਆ, ਇਹ ਦੁਨੀਆ ਭਰ ਵਿੱਚ ਉਸ ਕਿਸਮ ਦੀ ਪਾਵਰ ਦੇ ਤੌਰ ਤੇ ਵਿਕਸਿਤ ਕਰਦਾ ਹੈ। ਮੈਂ ਇੱਕ ਹਿਸਟੋਰੀਕਲੀ ਚੀਜ਼ ਨੋਟ ਕਰਾਉਣਾ ਚਾਹੁੰਦਾ ਕਿ 1833 ਦੇ ਵਿੱਚ ਇੱਕ ਕਿਤਾਬ ਲਿਖੀ ਗਈ ਸੀ ਔਨ ਵਾਰ। ਹੀਗਲ ਦੇ ਨਾਲ ਇੱਕ ਪਰਸ਼ੀਅਨ ਰਾਈਟਰ ਸੀ ਬਹੁਤ ਵੱਡਾ, ਉਹਨੇ ਕਿਹਾ ਸੀ ਕਿ ਵਾਰ ਲਗਾਤਾਰਤਾ ਪੋਲਿਟਿਕਸ ਦਾ ਇੱਕ ਨਵਾਂ ਮੈਥਡ ਆ ਦੁਨੀਆ ਤੇ ਪਾਵਰ ਕਰਨ ਲਈ। ਇਸ ਕਰਕੇ ਕੋਲਡ ਵਾਰ ਤੋਂ ਬਾਅਦ ਜਿਹੜੀ ਅਮਰੀਕਨ ਪੋਲਿਟਿਕਸ ਆ ਉਹਦੀ ਇੱਕ ਕੰਟੀਨਿਊਟੀ ਆ, ਵਾਰ ਤੇ ਵਾਰ ਦੇ ਲੈਵਲ ਤੇ ਗਾਂ ਪ੍ਰੋਸੈਸ ਚੱਲਦਾ। ਜੇ ਅਸੀਂ ਇਹ ਟ੍ਰੈਜਡੀਆਂ ਚੋਂ ਲਰਨ ਨਹੀਂ ਕੀਤਾ, ਗਾਂ ਹੋਰ ਟ੍ਰੈਜਡੀਆਂ ਕਰਨ ਵਾਸਤੇ ਨੂੰ ਹਥਿਆਰਾਂ ਦੀ ਦੌੜ ਤੇ ਪੋਲਿਟਿਕਸ ਦਾ ਲਿੰਕ ਜਿਹੜਾ ਅੱਜ ਦੁਨੀਆ ਭਰ 'ਚ ਸਥਾਪਿਤ ਹੋ ਚੁੱਕਿਆ। ਮੇਰਾ ਇੱਕ ਸਵਾਲ ਵਿੱਚ ਲੈ ਲਓ ਜੀ, ਫਿਰ ਤੁਸੀਂ ਇਸ ਗੱਲ ਨੂੰ ਕੰਟੀਨਿਊ ਕਰਨਾ ਕਿ ਇਹੀ ਜਾਪਾਨ ਜਿਹਦੇ ਉੱਤੇ ਐਡਾ ਘਾਤਕ ਵਿਨਾਸ਼ਕਾਰੀ ਬੰਬ ਜਿਹੜਾ ਉਸ ਤੇ ਇਸਤੇਮਾਲ ਕੀਤਾ ਜਾਂਦਾ ਹੈ, 2 ਬੰਬ ਬੈਕ ਟੂ ਬੈਕ, ਉਹ ਜਾਪਾਨ ਦੀ ਜਿਹੜੀ ਸੁਰੱਖਿਆ ਕਰਨ ਦੀ ਜ਼ਿੰਮੇਵਾਰੀ ਵੀ ਫਿਰ ਅਮਰੀਕਾ ਲੈਂਦਾ। ਪਰ ਅੱਜ ਦੇ ਸਮੇਂ 'ਚ ਜਦੋਂ ਆਪਾਂ ਦੇਖਿਆ ਸਾਲ 2022 ਦੇ ਵਿੱਚ ਜਦੋਂ ਯੂਕਰੇਨ ਰਸ਼ੀਆ ਵਾਰ ਸ਼ੁਰੂ ਹੋ ਗਈ ਸਰ, ਜਾਪਾਨ ਮੁਲਕ ਵੀ ਜਿਹੜਾ ਹੈ ਮਜਬੂਰ ਹੋ ਗਿਆ। ਉਹਨੇ ਵੀ ਕਹਿਤਾ ਕਿ ਮੈਂ ਆਪਣੀ ਆਰਮੀ ਜਿਹੜੀ ਆ ਹੁਣ ਦੁਬਾਰਾ ਤੋਂ ਡਿਵੈਲਪ ਕਰਾਂਗਾ। ਉਹਨਾਂ ਨੇ ਵੀ ਆਪਣੇ ਬਜਟ ਦੇ ਵਿੱਚ ਇੱਕ ਬਹੁਤ ਵੱਡਾ ਹਿੱਸਾ ਹਥਿਆਰ ਪ੍ਰੋਕਿਉਰ ਕਰਨ ਦੇ ਲਈ, ਹਥਿਆਰਾਂ ਦੀ ਡਿਵੈਲਪਮੈਂਟ ਦੇ ਲਈ, ਆਰਮੀ ਦੀ ਡਿਵੈਲਪਮੈਂਟ ਦੇ ਲਈ ਰੱਖ ਲਿਆ ਜੀ। ਉਹ ਵੀ ਦੇਸ਼ ਮਜਬੂਰ ਹੋ ਗਿਆ। ਉਹਨਾਂ ਨੇ ਜੋ ਗੱਲਾਂ ਕਹੀਆਂ, ਉਹਨਾਂ ਨੇ ਕਿਹਾ ਕਿ ਬਹੁਤ ਹੌਸਟਾਈਲ এনवायरमेंट ਹੈ। ਜਾਪਾਨ ਕਹਿੰਦਾ ਕਿ ਸਾਡੇ ਇੱਕ ਪਾਸੇ ਚਾਈਨਾ ਹੈ, ਦੂਜੇ ਪਾਸੇ ਜਿਹੜੀ ਯੂਕਰੇਨ ਰਸ਼ੀਆ ਵਾਰ ਹੈ ਸਾਨੂੰ ਡਰਾਉਂਦੀ ਹੈ, ਇਸ ਕਰਕੇ ਅਸੀਂ ਆਪਣੇ ਲੋਕਾਂ ਦੀ ਸੇਫਟੀ ਲਈ ਹਥਿਆਰਬੰਦ ਹੋਵਾਂਗੇ, ਆਪਣੀ ਪ੍ਰੋਪਰ ਆਰਮੀ ਜਿਹੜੀ ਆਪਣੇ ਲੈਵਲ ਤੇ ਉਹ ਪ੍ਰੋਜੈਕਟ ਨੂੰ ਅਸੀਂ ਵੱਡਾ ਕਰਾਂਗੇ। ਸਰ ਕੀ ਮਜਬੂਰੀ ਹੈ ਦੁਨੀਆ ਦੇ ਦੇਸ਼ਾਂ ਦੀ ਇਹ ਵਾਰ ਯੂਕਰੇਨ ਰਸ਼ੀਆ ਦੀ ਵੀ? ਜੀ ਸਰ ਦੇਖੋ, ਦੁਨੀਆ ਦੀ ਮਜਬੂਰੀ ਮਤਲਬ ਜਿਸ ਕਿਸਮ ਦੀ ਸਿਚੁਏਸ਼ਨ ਆ, ਅਮਰੀਕਾ ਦਾ ਇਹ ਬਹੁਤ ਵੱਡਾ ਹਥਿਆਰਾਂ ਦੀ ਜਿਹੜਾ ਇਕੋਨਮੀ ਆ ਉਹਦੇ ਸਿਰ ਤੇ ਚੱਲਦਾ। ਇਸ ਕਰਕੇ ਅਮਰੀਕਾ ਨੂੰ ਕੋਈ ਵੀ ਖਤਰਾ ਨਹੀਂ, ਕਿਸੇ ਕੋਈ ਆਸੇ ਪਾਸੇ ਉਹਨੂੰ ਕੋਈ ਮੁਲਕ ਇਹੋ ਜਿਹੇ ਖਤਰੇ ਵਾਲਾ ਨਹੀਂ ਗਾ। ਛੋਟੇ ਛੋਟੇ ਲੈਟਨ ਅਮਰੀਕਾ ਦੇ ਮੁਲਕ ਆ, ਸਾਰੇ ਜਿਹੜੇ ਮੁਲਕ ਨੇ ਉਹਦੇ ਤੋਂ ਦੂਰੀ ਦਾ। ਜਾਪਾਨ ਵੀ ਦੂਰ ਆ, ਚਾਈਨਾ ਵੀ ਦੂਰ ਆ, ਰਸ਼ੀਆ ਵੀ ਦੂਰ ਆ, ਅਫਗਾਨਿਸਤਾਨ ਵੀ, ਇੰਡੀਆ ਵੀ, ਅਰਬ ਦੇ ਮੁਲਕ ਵੀ ਸਾਰੇ ਦੂਰ ਆ। ਇਹਨਾਂ ਖਿੱਤਿਆਂ ਦੇ ਵਿੱਚ ਹੀ ਵਾਰਜ਼ ਆ ਜਿਹੜੀਆਂ ਲੜੀਆਂ ਜਾ ਰਹੀਆਂ ਨੇ। ਅਮਰੀਕਾ ਨੇ ਕੀ ਕੀਤਾ ਕਿ 3 ਵਾਰ ਉਹਨੇ ਸਿੱਧੇ ਲੜਨ ਦੀ ਕੋਸ਼ਿਸ਼ ਕੀਤੀ। ਇੱਕ ਵੀਅਤਨਾਮ ਦੀ ਵਾਰ ਜਿਹਦੇ ਚੋਂ ਡਾਇਰੈਕਟ ਇੰਟਰਵੀਨ ਕੀਤਾ, ਉੱਥੇ ਅੰਦਰ ਉਹਦੇ ਪ੍ਰੋਟੈਸਟ ਬਹੁਤ ਖੜੇ ਹੋ ਗਏ। ਦੂਸਰੀ ਵਾਰ ਸੀਗੀ ਜਿਹੜੀ ਇਰਾਕ ਦੇ ਉੱਪਰ, ਉਹਨੇ ਡਾਇਰੈਕਟਲੀ ਰੂਲ ਕਰਨ ਦੀ ਕੋਸ਼ਿਸ਼ ਕੀਤੀ, ਬਾਅਦ ਚ ਉਹਦੀ ਪ੍ਰੋਬਲਮ। ਤੀਜੀ ਅਫਗਾਨਿਸਤਾਨ ਦੀ। ਹੁਣ ਜਿਹੜੀਆਂ ਉਹਨੇ ਵਾਰ ਦੀ ਸਟ੍ਰੈਟਜੀ ਵੀ ਤਬਦੀਲ ਕੀਤੀ ਆ, ਉਹਦੇ ਚ ਆਸੇ ਪਾਸੇ ਦੁਨੀਆ ਦਾ ਕੋਈ ਖਿੱਤਾ ਨਹੀਂ ਜਿੱਥੇ ਅਮਰੀਕਨ ਆਰਮੀ ਨਾ ਹੋਵੇ। ਥਰੂ ਏਰੀਆਜ਼, ਸਮੁੰਦਰੀ ਏਰੀਆਜ਼, ਸਿੱਧੇ ਬੇਸਲਾਈਨ, ਉਸ ਲੈਵਲ ਦੇ ਚਾਰੇ ਪਾਸਿਆ ਜਿਹੜੀ ਉਹਨੇ ਹਥਿਆਰਾਂ ਦੇ ਤੋਂ ਲੈ ਕੇ ਮੁਲਕਾਂ ਤੱਕ ਦੀ ਸਾਰੀ ਨਿਗਾਹ ਰੱਖੀ ਆ। ਮਨਵੀਰ, ਅੱਜ ਟ੍ਰੈਜਡੀ ਇਹ ਆ ਵੀ ਸਕੇਲ ਇਹਦੀ ਬਹੁਤ ਵੱਧ ਗਈ ਆ, ਏਰੀਆ ਬਹੁਤ ਵੱਧ ਗਿਆ, ਘੇਰਾ ਬਹੁਤ ਵੱਧ ਗਿਆ। ਛੋਟੇ ਛੋਟੇ ਮੁਲਕ ਵੀ ਉਸ ਕਿਸਮ ਦੇ ਟੋਟਲ ਆਰਮਜ਼ ਦੀ ਰੇਸ ਦਾ ਹਿੱਸੇਦਾਰੀ ਬਣ ਗਿਆ। ਜਿਵੇਂ ਤੁਸੀਂ ਉਦਾਹਰਨ ਦੇ ਤੌਰ ਤੇ ਜਾਪਾਨ ਨੂੰ ਕਿਹਾ, ਉਹਨਾਂ ਨੂੰ ਦਿਖਾ ਕੇ, ਖਾਸ ਕਰ ਜਿਸ ਕਿਸਮ ਦੀ ਚਾਈਨਾ
ਚਾਈਨਾ ਦੇ ਪਾਸੇ ਵੀ 3-4, ਚਾਹੇ ਇੰਡੀਆ ਬੈਠਾ, ਚਾਹੇ ਤੈਵਾਨ ਵਾਲਾ, ਚਾਹੇ ਕੋਰੀਆ ਵਾ, ਇਨਡਾਇਰੈਕਟ ਡਾਇਰੈਕਟ ਵੇ ਨਾ ਅਮਰੀਕਾ ਵੀ ਇੰਟਰਵੀਨ ਕਰਦਾ ਰਹਿੰਦਾ। ਇਸ ਕਰਕੇ ਦੋ ਦੁਨੀਆ ਦੇ ਵੱਡੇ ਮੁਲਕ ਆ ਜਿਨ੍ਹਾਂ ਨੇ ਪਿਛਲੇ ਸਮੇਂ ਤੇ ਹਥਿਆਰਾਂ ਤੇ ਬਹੁਤ ਜ਼ਿਆਦਾ ਖਰਚਿਆ। ਪਿੱਛੇ ਜਿਹੜੀ ਰਿਪੋਰਟ ਆਈ ਆ ਹਥਿਆਰਾਂ ਦੇ ਮਸਲੇ ਤੇ, ਜਿਹੜੀ ਸਟਾਕਹੋਲਮ ਇੰਟਰਨੈਸ਼ਨਲ ਪੀਸ ਰਿਸਰਚ ਨੇ ਦਿੱਤੀ, ਉਹ ਲਗਾਤਾਰ 1950 ਤੋਂ ਹਥਿਆਰਾਂ ਦੇ ਮਸਲੇ 'ਚ ਕਿੰਨਾ ਕਿਸ ਲੈਵਲ ਤੇ ਖਰਚਿਆ ਜਾਂਦਾ। ਟੋਟਲ ਦੁਨੀਆ 'ਚ ਇਸ ਵੇਲੇ ਜਿਹੜੀ ਉਹ ਰਿਪੋਰਟ ਮੁਤਾਬਕ 2240 ਬਿਲੀਅਨ ਡਾਲਰ ਹਥਿਆਰਾਂ ਤੇ ਖਰਚਿਆ ਜਾ ਰਿਹਾ। ਕੱਲਾ ਅਮਰੀਕਾ ਹੀ ਆ ਜਿਹੜਾ ਉਹਨੇ ਲਗਭਗ ਲਗਭਗ ਉਹਨਾਂ ਨੇ 987 ਬਿਲੀਅਨ ਡਾਲਰ ਹਥਿਆਰਾਂ ਤੇ। ਨੰਬਰ 2 ਤੇ ਚੀਨ ਆ ਜਿਹੜਾ 297 ਬਿਲੀਅਨ ਡਾਲਰ। ਨੰਬਰ ਤੀਸਰੇ ਨੰਬਰ ਤੇ ਹੈਗਾ ਜਿਹੜਾ ਸੋਵੀਅਤ ਯੂਨੀਅਨ ਆ, ਉਹਨੇ 99 ਬਿਲੀਅਨ। ਤੇ ਚੌਥੇ ਨੰਬਰ ਤੇ ਇੰਡੀਆ ਵਾ, ਇਹਨੇ ਲਗਭਗ ਨੀਅਰ ਅਬਾਊਟ 86.4 ਬਿਲੀਅਨ ਤੋਂ ਲੈ ਕੇ 81.4 ਬਿਲੀਅਨ ਡਾਲਰ। ਤੇ ਪੰਜਵੇਂ ਨੰਬਰ ਤੇ ਸਾਊਦੀ ਅਰਬ ਨੇ 75 ਬਿਲੀਅਨ ਡਾਲਰ। ਕਹਿਣ ਦਾ ਭਾਵ ਆ ਕਿ ਇਹ 5 ਮੁਲਕ ਨੇ ਜਿਨ੍ਹਾਂ ਨੇ ਸਾਰੇ ਖਿੱਤਿਆਂ ਦੇ ਵਿੱਚ ਨੇ ਹਥਿਆਰਾਂ ਤੇ ਇਹਨਾਂ ਦਾ ਖਰਚਾ ਵਧਿਆ ਹੀ ਵਧਿਆ। ਜਿਵੇਂ ਮਤਲਬ ਕਿਸੇ ਦਾ 10%, ਕਿਸੇ ਦਾ 5%। ਇੱਕ ਛੋਟਾ ਜਿਹਾ ਮੁਲਕ ਆ ਯੂਕਰੇਨ, ਉਹਨੇ ਵੀ ਇਸ ਲੈਵਲ ਤੇ, ਜਾਣੀ ਇਹ ਟੋਟਲ ਦੁਨੀਆ ਨੂੰ ਜੇ ਕੈਲਕੂਲੇਟ ਕੀਤਾ ਜਾਵੇ ਤਾਂ ਉਹ ਆਪਣੀ GDP ਦਾ 3% ਹਥਿਆਰਾਂ ਤੇ ਹੀ ਲਾ ਦਿੰਦੇ ਨੇ। ਭਾਰਤ ਦੇ ਕੇਸ ਦੇ ਵਿੱਚ ਕਿਵੇਂ ਹੈਗਾ ਜੀ? ਭਾਰਤ ਨੇ ਕਿੰਨਾ ਪਿਛਲੇ ਸਾਲਾਂ ਦੇ ਵਿੱਚ ਵੱਧ ਖਰਚਾ ਹਥਿਆਰਾਂ ਤੇ ਕਰਨਾ ਸ਼ੁਰੂ ਕੀਤਾ, ਜਾਂ ਸਾਡੀ GDP ਦਾ ਕਿੰਨਾ ਹਿੱਸਾ ਜਾਂਦਾ ਜੀ? ਦੇਖੋ ਜਿਹੜਾ ਹੈਗਾ, ਜਿਵੇਂ ਯੂਕਰੇਨ ਦਾ ਪਹਿਲਾਂ ਮੈਂ ਕੇਸ ਦੱਸ ਦਿੰਦਾ। ਯੂਕਰੇਨ ਨੇ 2021 ਤੋਂ ਜਿਹੜਾ 22 ਦੇ ਵਿੱਚ ਖਰਚਾ ਜਿਹੜਾ ਹੁਣ ਹਥਿਆਰਾਂ 'ਚ, ਉਹਨਾਂ ਨੇ ਖਪਤ ਵਧਾਈ 3.3% ਤੋਂ ਵੱਧ ਕੇ 4.1%। ਜਿਹੜਾ ਭਾਰਤ ਆ ਇਹਨੇ 21 ਤੋਂ 22 ਤੱਕ ਆ ਜਿਹੜੀ ਆਪਣੀ 6% ਇਹਦੇ ਵਿੱਚ ਵਧਾਇਆ। ਤੇ ਲਗਾਤਾਰ ਇਹਨਾਂ ਨੇ ਪਿਛਲੇ 2013 ਤੋਂ 2021 ਤੱਕ ਇਹਨੇ ਹਥਿਆਰਾਂ ਦਾ ਸਭ ਤੋਂ ਵੱਧ ਖਰਚਾ ਜਿਹੜਾ ਵਧਾਇਆ ਪਿਛਲੇ ਇਹ 8 ਸਾਲ ਦੇ ਵਿੱਚ। ਇਸ ਖਰਚਾ ਜਿੰਨਾ ਸੀ ਉਹਦੇ 'ਚ ਪਰਸੈਂਟੇਜ 4.7% ਤੋਂ ਲੈ ਕੇ ਉਦੋਂ ਵੱਧ ਇਹਦੇ 'ਚ ਹਥਿਆਰਾਂ ਦੇ ਉੱਪਰ ਖਰਚਿਆ। ਇਸੇ ਤਰ੍ਹਾਂ ਚੀਨ ਤੇ ਪਾਕ, ਕਿਉਂਕਿ ਇਹਨਾਂ ਦੇ ਇੱਕ ਦੂਸਰੇ ਮੁਲਕਾਂ ਨਾਲ ਆਪ ਟਕਰਾ ਜਾਂ ਕਿਸੇ ਨਾ ਕਿਸੇ ਲੈਵਲ ਤੇ ਇਹ ਮੁਲਕਾਂ ਨੇ ਪਿਛਲੇ ਸਾਲਾਂ 'ਚ ਕਾਫੀ ਵੱਡੀ ਤਾਦਾਦ ਦੇ ਵਿੱਚ ਹਥਿਆਰਾਂ ਤੇ ਪਰਸੈਂਟੇਜ ਦੇ ਪੱਧਰ ਤੇ ਖਰਚਿਆ ਵਾ। ਸੋ ਅਮਰੀਕਾ ਦੀ, ਤੁਹਾਡਾ ਕਹਿਣ ਦਾ ਮਤਲਬ ਹੈ ਕਿ ਅਮਰੀਕਾ ਦੀ ਕਮਾਈ ਦਾ ਬਹੁਤ ਵੱਡਾ ਹਿੱਸਾ ਜਿਹੜਾ ਆ ਉਹ ਦੂਜੇ ਮੁਲਕਾਂ ਨੂੰ ਹਥਿਆਰ ਵੇਚ ਕੇ ਵੀ ਆਉਂਦਾ ਹੈ, ਕੀ ਇਹੀ ਗੱਲ ਹੈ ਸਰ? ਅਮਰੀਕਾ ਦੀ ਜਿਹੜੀ ਟੋਟਲ ਇਕਨੋਮੀ ਆ ਉਹ ਵਾਰ ਇਕਨੋਮੀ ਆ। ਹਥਿਆਰ ਵੇਚਦੇ ਨੇ, ਉਹਦੇ ਹਥਿਆਰ ਵੇਚਣ ਦੇ ਹਾਲਾਂਕਿ ਬਹੁਤ ਜ਼ਿਆਦਾ ਉਹ ਫਸ ਜਾਂਦੇ ਨੇ। ਜਿਵੇਂ ਇਰਾਕ ਵਾਲੀ ਵਾਰ ਸੀ, ਉਹਦੇ 'ਚ 2 ਟ੍ਰਿਲੀਅਨ ਉਹਨਾਂ ਨੂੰ ਆਪ ਵੀ ਦੇਣਾ ਪਿਆ। ਵਾਰ ਇਹੋ ਜਿਹੀ ਚੀਜ਼ ਨਹੀਂ, ਕਈ ਵਾਰੀ ਛੇੜ ਲੈਂਦੇ, ਉਹਦੇ 'ਚ ਖਰਚਾ ਵੀ ਬਹੁਤ ਆ ਜਾਂਦਾ। ਅਮਰੀਕਾ ਦੀ ਇਹ, ਕਿਉਂਕਿ ਉੱਥੇ ਜਿਹੜਾ ਮਿਲਟਰੀ ਇੰਡਸਟਰੀਅਲ ਕੰਪਲੈਕਸ ਆ ਉਹੀ ਬਹੁਤ ਪਾਵਰਫੁਲ ਆ। ਜਿਵੇਂ 2015 ਦੇ ਵਿੱਚ ਓਬਾਮਾ ਇੱਥੇ ਰਾਸ਼ਟਰਪਤੀ ਗਏ ਜਾਪਾਨ ਦੇ ਵਿੱਚ, ਹੀਰੋਸ਼ੀਮਾ ਤੇ ਨਾਗਾਸਾਕੀ ਜਾ ਕੇ ਉਹਨਾਂ ਨੇ ਕਿਹਾ ਵੀ ਇਹ ਜੰਗ ਨਹੀਂ ਹੋਣੀ ਚਾਹੀਦੀ, ਸ਼ਾਂਤੀ ਨਹੀਂ, ਲੈਕਚਰ ਦਿੱਤਾ। ਤੇ ਹੋਰ ਸਰ ਆਉਂਦੇ ਥੋੜੇ ਦਿਨਾਂ ਬਾਅਦ 3 ਟ੍ਰਿਲੀਅਨ ਡਾਲਰ ਆ ਜਿਹੜਾ ਹੋਰ ਇਹਦੇ ਤੇ ਖਰਚਣ ਦੀ ਗੱਲ ਕਰਤੀ, ਕਿਉਂਕਿ ਮਿਲਟਰੀ ਇੰਡਸਟਰੀਅਲ ਕੰਪਲੈਕਸ ਨੇ ਉਸ ਲੈਵਲ ਤੇ ਇਹਨੂੰ ਕਹਿਤਾ। ਅਗਲਾ ਹੈਗਾ ਕਿਉਂਕਿ ਜਿਸ ਕਿਸਮ ਦੀ ਪੋਲਿਟਿਕਸ ਵੀ ਆ ਅੱਜ ਦੀ ਦੁਨੀਆ 'ਚ, ਕਿਉਂਕਿ ਪੁਰਾਣੇ ਉਦੋਂ ਸੀ ਇੱਕ ਪੋਲ ਖੜਾ ਸੀ ਪੀਸ ਲਈ ਵੀ ਸੀ, ਅਲਟਰਨੇਟਿਵਲੀ ਇੱਕ ਅਟੈਂਪਟ ਹੋਈ ਸੀ 1990 'ਚ। ਖਰੋਸ਼ੇਵ ਨੇ ਕਿਹਾ ਸੀ ਵੀ ਅਸੀਂ ਛੱਡਣ ਨੂੰ ਤਿਆਰ ਆ, ਹਥਿਆਰਾਂ ਦੀ ਰੇਸ ਛੱਡ ਦਈਏ। ਪਰ ਉਹ ਰੇਸ ਕਿਸੇ ਨਾ ਕਿਸੇ ਲੈਵਲ ਦੂਜੇ ਮੁਲਕਾਂ ਨੇ ਉਹਨੂੰ, ਖਾਸ ਕਰ ਅਮਰੀਕਾ ਨੇ ਉਹਦੇ ਪਿੱਛੋਂ ਹੋ ਗਿਆ। 1990 ਤੋਂ ਬਾਅਦ ਇਸ ਕਿਸਮ ਦੀ ਕੋਈ ਵੀ ਚੀਜ਼ ਨਹੀਂ ਚੱਲੀ। ਹੌਲੀ ਹੌਲੀ ਜਿਹੜੀ ਨਾਟੋ ਆ, ਜਿਵੇਂ ਯੂਕਰੇਨ ਦਾ ਕੇਸ ਆ, ਯੂਕਰੇਨ ਦਾ ਕੇਸ ਵੀ ਕੀ ਆ ਕਿ ਨਾਟੋ ਦੀ ਮੈਂਬਰਸ਼ਿਪ ਲਈ ਛੋਟਾ ਜਿਹਾ ਮੁਲਕ ਉਧਰ ਨੂੰ ਇਹ ਵਾਰ ਬੜੀ ਕੀਮਤ ਦੇ ਕੇ ਜਾਊਗੀ ਆਉਣ ਵਾਲੇ ਸਮੇਂ 'ਚ। ਕਿਉਂਕਿ ਕਿਸੇ ਵੀ ਕਦਰ ਤੇ, ਕਿਉਂਕਿ ਰਸ਼ੀਆ ਨੂੰ ਲੱਗਦਾ, ਕਿਉਂਕਿ ਪੁਤਨ ਵੀ ਅਥਾਰਟੇਰੀਅਨ ਪਾਵਰ ਵਾਲਾ ਵਾ। ਇਹਨਾਂ ਮੁਲਕਾਂ 'ਚ ਈਵਨ ਜਾਪਾਨ 'ਚ ਵੀ ਸਿੰਗਲ ਪਾਰਟੀ ਵਾਲਾ ਅਥਾਰਟੇਰੀਅਨ ਆ। ਇੰਡੀਆ ਵੀ ਉਧਰ ਨੂੰ ਵੱਧ ਰਿਹਾ। ਇਹਨਾਂ ਮੁਲਕਾਂ ਦੇ ਵਿੱਚ ਪੋਲਿਟਿਕਸ ਪਲੱਸ ਹਥਿਆਰ ਪਲੱਸ ਵਾਰ, ਤਿੰਨਾਂ ਦਾ ਕੰਬੀਨੇਸ਼ਨ ਬਣਿਆ ਪਿਆ। ਦੇਖੋ ਯੂਕਰੇਨ ਦੀ ਟ੍ਰੈਜਡੀ ਆ ਜਿਹੜੀ ਉਹ ਕਿਸ ਲਵੇ ਆਉਣ ਵਾਲੇ ਸਮੇਂ 'ਚ ਵਾਪਰਦੀ ਆ। ਇਸ ਕਰਕੇ ਅਮਰੀਕਨ ਇਕਨੋਮੀ ਦਾ ਦੂਸਰਾ ਪਹਿਲੂ ਵੀ ਇਹ ਆ, ਇੰਟਰਨਲੀ ਕੱਲ ਨੂੰ ਹੋ ਸਕਦਾ ਕੋਈ ਇੰਟਰਨਲ, ਜਿਵੇਂ ਉੱਥੇ ਦੇ
ਕ੍ਰਾਈਸਿਸ ਖੜੇ ਹੋਏ ਆ ਉਹ ਕੀ ਗੇੜਾ ਖਾਂਦੇ ਆ। ਅਦਰਵਾਈਜ਼ ਇਸ ਵੇਲੇ ਸਿਚੁਏਸ਼ਨ ਟ੍ਰੈਜਡੀਆਂ ਵੱਲ ਨੂੰ ਇਹ ਚੱਲਦੀਆਂ। ਹੀਰੋਸ਼ੀਮਾ ਤੇ ਨਾਗਾਸਾਕੀ ਸਾਨੂੰ ਦਿਖਾਈ ਦੇ ਗਏ ਨੇ, ਦੂਜੇ ਮੁਲਕਾਂ 'ਚ ਉਸੇ ਰੂਪ 'ਚ ਟੁਕੜਿਆਂ ਦੇ ਰੂਪ ਵਿੱਚ ਇਹ ਚੀਜ਼ਾਂ ਚੱਲਦੀਆਂ ਨੇ। ਸਰ ਤੁਸੀਂ ਨਾਮ ਲਿਆ ਨੇਟੋ ਦਾ, NATO, ਇਹ ਆਰਗੇਨਾਈਜੇਸ਼ਨ ਦਾ ਕੰਮ ਤੁਹਾਨੂੰ ਕਿਵੇਂ ਲੱਗਦਾ, ਇਹਦੀ ਭੂਮਿਕਾ ਕੀ ਹੈਗੀ ਹੈ? ਜਾਂ ਦੇਸ਼ ਜਾਂ ਪੂਰੇ ਮੁਲਕਾਂ ਪੱਧਰ ਤੇ, ਆਪਾਂ ਦੁਨੀਆ ਪੱਧਰ ਤੇ ਦੇਖੀਏ, ਕੀ ਕੋਈ ਏਦਾਂ ਦੀਆਂ ਮਾਨਵਤਾ ਨੂੰ ਬਚਾਉਣ ਲਈ, ਮਾਨਵਤਾ ਦੇ ਭਲੇ ਦੇ ਲਈ, ਇਸ ਧਰਤੀ ਨੂੰ, ਇਸ ਗਲੋਬ ਨੂੰ ਵਿਨਾਸ਼ ਤੋਂ ਬਚਾਉਣ ਦੇ ਲਈ ਕੋਈ ਇਹੋ ਜਿਹੇ ਕਦਮ ਪੁੱਟੇ ਗਏ ਨੇ? ਕਿਉਂਕਿ ਇੱਕ ਗੱਲ ਬੜੀ ਫੇਮਸ ਸਰ ਕਹੀ ਜਾਂਦੀ ਹੈ ਕਿ ਐਲਬਰਟ ਆਇਨਸਟਾਈਨ ਨੂੰ ਪੁੱਛਿਆ ਗਿਆ ਕਿ ਵਰਲਡ ਵਾਰ 2 ਤਾਂ ਹੋਗੀ ਨਿਊਕਲੀਅਰ ਬੰਬ ਦੇ ਨਾਲ, ਵਰਲਡ ਵਾਰ 3 ਕਿਹਦੇ ਨਾਲ ਹੋਏਗੀ? ਤਾਂ ਕਿਹਾ ਜਾਂਦਾ ਹੈ ਕਿ ਐਲਬਰਟ ਆਇਨਸਟਾਈਨ ਨੇ ਕਿਹਾ ਕਿ ਵਰਲਡ ਵਾਰ 3 ਦਾ ਤਾਂ ਮੈਨੂੰ ਨਹੀਂ ਪਤਾ, ਪਰ ਜਿਹੜੀ ਉਸ ਤੋਂ ਬਾਅਦ ਆਉਣ ਵਾਲੀਆਂ ਵਾਰ, ਜਿੰਨੇ ਵੀ ਯੁੱਧ ਹੋਣਗੇ, ਵਾਰ ਹੋਣਗੀਆਂ, ਉਹ ਡੰਡੇ ਸੋਟੀਆਂ ਦੇ ਨਾਲ ਲੜੇ ਜਾਣਗੇ। ਉਹਦਾ ਕਹਿਣ ਦਾ ਮਤਲਬ ਇਹੀ ਸੀ ਕਿ ਵਿਨਾਸ਼ ਹੋ ਜਾਏਗਾ ਅਗਰ ਵਰਲਡ ਵਾਰ 3 ਹੁੰਦੀ ਹੈ ਤਾਂ। ਪਹਿਲਾਂ ਤਾਂ ਮੈਨੂੰ ਇਹੀ ਦੱਸਿਓ ਕਿ ਕੀ ਐਲਬਰਟ ਆਇਨਸਟਾਈਨ ਨੇ ਵਾਕਈ ਐਵੇਂ ਕਿਹਾ ਸੀ ਕਿ ਮੈਂ ਸਿਰਫ ਐਵੇਂ ਗੂਗਲ ਤੋਂ ਪੜ੍ਹ ਲਿਆ ਜੀ? ਐਲਬਰਟ ਆਇਨਸਟਾਈਨ ਨੇ ਇਹ ਗੱਲ ਕਹੀ ਆ, 100% ਕਰੈਕਟ ਆ। ਇਹ ਬਹੁਤ ਵੱਡੇ ਸਕਾਲਰ ਇਸ਼ਤਵਾਨ ਮੈਸਾਰੋਜ਼ ਨੇ ਮਿਲਟਰੀ ਕਿਵੇਂ ਵੱਧਦੀ ਆ ਉਹਦੇ ਵਿੱਚ ਇਹ ਰੈਫਰੈਂਸ ਦਾ ਜ਼ਿਕਰ ਕੀਤਾ ਗਿਆ। ਇਸ ਕਰਕੇ ਇਸ ਨੂੰ, ਪਰ ਹੁਣ ਜਿਹੜੀ ਹੈ ਨਵੇਂ ਜਿਹੜੀ ਬਹਿਸ ਚੱਲਦੀ ਹੈ ਉਹਨਾਂ ਦੀ ਸਟੇਟਮੈਂਟ 'ਚ ਇਹ ਸੀ ਕਿ ਜੇ ਇਸੇ ਕਿਸਮ ਦਾ ਅਸੀਂ ਨਿਊਕਲੀਅਰ ਵੱਲ ਨੂੰ ਤੁਰਦੇ ਰਹੇ ਤਾਂ ਸਾਰੀ ਦੁਨੀਆ ਤਬਾਹ ਹੋ ਜੂ, ਗਾਹਾਂ ਕਿਸ ਕਿਸਮ ਦੀਆਂ ਜੰਗਾਂ ਹੋਣਗੀਆਂ। ਪਰ ਜਿਹੜੀ ਲੇਟੈਸਟ ਇਹ ਆ ਸਿਚੁਏਸ਼ਨ, ਜਿਹੜੀ ਲੇਟੈਸਟ ਹੈਗੀ ਆ, ਜਾਂ ਵਾਰ ਵਿਦਆਊਟ ਮਰਸੀ ਨਾਂ ਦੀ ਕਿਤਾਬ ਦੇ ਵਿੱਚ ਇਹਦਾ ਰੈਫਰੈਂਸ ਦਿੱਤਾ ਗਿਆ ਕਿ ਆਉਣ ਵਾਲੀ ਜਿਹੜੀ ਜੰਗ ਆ, ਜੇ ਖੁਦਾ ਨਾ ਖਾਸਤਾ ਚੀਨ ਤੇ ਅਮਰੀਕਾ ਦੀ ਜੰਗ ਹੋ ਗਈ ਤਾਂ ਸਭ ਤੋਂ ਵੱਡੀ ਤਬਾਹੀ ਦੁਨੀਆ ਨੂੰ, ਉਹਨੂੰ ਕੋਈ ਨਹੀਂ ਰੋਕ ਸਕਦਾ, ਕਿਉਂਕਿ ਦੋਹੇ ਬਹੁਤ ਪਾਵਰਫੁਲ ਨੇ। ਚੀਨ ਵੀ ਬਹੁਤ ਪਾਵਰਫੁਲ ਆ, ਅਮਰੀਕਾ ਵੀ ਬਹੁਤ ਪਾਵਰਫੁਲ ਆ। ਜਿਹੜਾ ਜਾਪਾਨ ਵਾਲਾ ਤੁਸੀਂ ਪਹਿਲਾਂ ਕੇਸ ਕਹਿ ਰਹੇ ਸੀ ਕਿ ਚਾਈਨਾ ਨੂੰ ਪਤਾ ਵੀ ਬਾਇਆ ਜਾਪਾਨ ਉਹ ਐਂਟਰੀ ਕਰੂ, ਜਾਪਾਨ ਟ੍ਰੈਜਡੀਆਂ ਹੰਢਾ ਰਿਹਾ, ਉਸ ਵੇਲੇ ਕਿੱਡੀ ਇਹਦੀ ਸਿਵਲਾਈਜੇਸ਼ਨ ਤਕੜੀ ਸੀ, ਕਿਸ ਲੈਵਲ ਦੇ ਵਿਗਿਆਨੀ ਸਾਇੰਟਿਸਟ ਕਿੱਡੇ ਸੀਗੇ, ਉਹਨਾਂ ਨੂੰ ਕਿੰਨੇ ਸ਼ੌਕ 'ਚ ਸੈੱਟ ਕੇ ਮਾੜਾ ਮੋਟਾ ਖੜ ਰਹੇ ਸੀ, ਉਹ 78 ਸਾਲਾਂ ਬਾਅਦ ਵੀ ਡਿੱਗਣ ਜਾ ਰਹੇ ਨੇ। ਇਸੇ ਤਰ੍ਹਾਂ ਇੱਕ ਕਿਤਾਬ ਆਈ ਸਾਹਮਣੇ ਜਿਹਦੀ ਆਇਨਸਟਾਈਨਜ਼ ਜਰਮਨ ਵਰਲਡ, ਉਹ ਕਿਤਾਬ ਪੜ੍ਹਦੇ ਆ ਮਹਿਸੂਸ ਹੁੰਦਾ ਕਿ ਕਿੱਡੇ ਸਾਇੰਟਿਸਟ ਜਿਹੜੇ ਸੀਗੇ, ਉਹਨੇ ਲਿਖਿਆ ਕਿ ਮੇਰੇ ਮੁਲਕ ਇੰਨਾ ਵਿਗਿਆਨ, ਸਾਇੰਸ, ਰੀਜਨ, ਲੌਜਿਕ ਵਾਲਾ ਸੀ, ਮੈਨੂੰ ਵੀ ਆਪਣਾ ਮੁਲਕ ਹਿਟਲਰ ਤੋਂ ਡਰਦਿਆਂ ਛੱਡਣਾ ਪਿਆ, ਤੇ ਤਾਂ ਕਿ ਇਹ ਮੇਰੇ ਇਸ ਲੈਵਲ ਤੇ ਜਿਹਨੇ ਇੰਨਾ ਵੱਡਾ E=mc², એનર્ਜੀ ਦਾ ਸੋਰਸ ਮਾਨਵਤਾ ਲਈ ਵਰਤਣ ਵਾਸਤੇ ਸਾਇੰਸ ਦੀ ਖੋਜ ਕਰ ਰਿਹਾ ਸੀ, ਉਹਨੂੰ ਆਪਣੇ ਮੁਲਕ 'ਚੋਂ ਜਾਣਾ ਇਸ ਕਰਕੇ ਪੈ ਗਿਆ ਕਿ ਕਿਤੇ ਇਹਨੂੰ ਹਥਿਆਰਾਂ ਦਾ, ਉਹਨੂੰ ਕੀ ਪਤਾ ਸੀ ਕਿ ਦੁਨੀਆ ਦੇ ਬਹੁਤ ਵੱਡੇ ਬਜਟ ਵਾਲਾ ਮੈਨਹੈਟਨ ਪ੍ਰੋਜੈਕਟ ਇਹਨੂੰ ਯੂਜ਼ ਕਰਕੇ ਇੱਕ ਤਬਾਹੀ ਵਾਲੀ ਕੋਲਡ ਵਾਰ ਤੋਂ ਪੀਰੀਅਡ ਤੋਂ ਬਾਅਦ ਇੱਧਰ ਨੂੰ ਜੰਗ ਵੱਲ ਨੂੰ ਲੈ ਜਾਊਗਾ। ਉਹ ਸਿਚੁਏਸ਼ਨ ਗਾਂ ਐਕਸਪੈਂਡ ਕਰਦੀ ਜਾ ਰਹੀ ਹੈ, ਤੁਰੀ ਜਾ ਰਹੀ ਹੈ, ਇਹ ਰੁਕ ਨਹੀਂ ਰਹੀ, ਇਹ ਵੱਧ ਰਹੀ। ਇਹ ਬੜਾ ਤਰਾਸਦਿਕ ਪਹਿਲੂ ਹੈ। ਜਦੋਂ ਅਸੀਂ ਹੀਰੋਸ਼ੀਮਾ ਤੇ ਨਾਗਾਸਾਕੀ ਨੂੰ ਯਾਦ ਕਰਦੇ ਆ, ਸਾਨੂੰ ਵੀਅਤਨਾਮ ਦੇ ਪਿੰਡ ਵੀ ਯਾਦ ਆਉਂਦੇ ਨੇ, ਸਾਨੂੰ ਅਫਗਾਨਿਸਤਾਨ ਦੇ ਛੋਟੇ ਉਹ ਯਾਦ ਆਉਂਦੇ ਨੇ, ਸਾਨੂੰ ਸਕੂਲ ਡਿੱਗਦੇ ਵੀ ਯਾਦ ਆਉਂਦੇ ਨੇ, ਯੂਕਰੇਨ ਦੀ ਜਿਹੜੀ ਆ ਯੂਨੀਵਰਸਿਟੀ ਤੇ ਡਿੱਗਿਆ ਅਟੈਕ ਉਹ ਵੀ ਯਾਦ ਆ ਰਿਹਾ। ਇਸੇ ਤਰ੍ਹਾਂ ਸਾਨੂੰ ਜਿਹੜੇ ਮਤਲਬ ਇਰਾਕ ਦੇ ਵੱਡੇ ਸ਼ਹਿਰ ਜਿਹੜੇ ਸੀ ਉਹ ਤਬਾਹੀ ਹੁੰਦੀ ਦਿਖਾਈ ਦੇ ਰਹੀ ਆ। ਚਾਰੇ ਪਾਸੇ ਅਸੀਂ ਇਸ ਕਿਸਮ ਦੀਆਂ ਤਬਾਹੀਆਂ ਦੇ ਦੌਰ ਚੋਂ ਹੀਰੋਸ਼ੀਮਾ ਤੇ ਨਾਗਾਸਾਕੀ ਤੋਂ ਬਾਅਦ ਸਿੱਖਿਆ ਨਹੀਂ, ਹੋਰ ਟ੍ਰੈਜਡੀਆਂ ਇਸ ਧਰਤੀ ਤੇ ਪੈਦਾ ਕਰ ਰਹੇ। ਸਰ ਐਂਟੀ ਵਾਰ ਐਫਰਟ ਸਾਡੇ ਦੁਨੀਆ ਦੀਆਂ ਕੀ ਨੇ? ਕਿਉਂਕਿ ਮੈਂ ਪੜ੍ਹ ਰਹੀ ਸੀ ਬਹੁਤ ਖੂਬਸੂਰਤ ਲਾਈਨਾਂ ਕਿਸੇ ਦੀਆਂ, ਉਹ ਕਹਿੰਦੇ ਵੀ ਜੇਕਰ ਜਾਪਾਨ ਤੋਂ ਬਾਅਦ ਹੋਰ ਕਿਤੇ ਨਿਊਕਲੀਅਰ ਬੰਬ ਨਹੀਂ ਸੁੱਟਿਆ ਗਿਆ ਤਾਂ ਇਹ ਨਾ ਸਮਝੇ ਦੁਨੀਆ ਕਿ ਉਹ ਅਸੀਂ ਬੈਠ ਕੇ ਕਲੈਕਟਿਵਲੀ ਫੈਸਲਾ ਕਰ ਲਿਆ ਕਿ ਨਹੀਂ, ਉਹ ਮਾਨਵਤਾ ਦੇ ਵਿਰੁੱਧ ਹੈ, ਬੰਬ ਦੁਆਰਾ ਨਹੀਂ ਵਰਤਿਆ ਜਾਏਗਾ, ਬਲਕਿ ਉਹ ਇਸ ਕਰਕੇ ਨਹੀਂ ਸੁੱਟਿਆ ਗਿਆ ਕਿਉਂਕਿ ਹਜੇ ਮੌਕਾ ਨਹੀਂ ਆਇਆ ਹੈਗਾ। ਸੋ ਕੋਈ ਐਂਟੀ ਵਾਰ, ਕੋਈ ਪੀਸ ਦੇ ਲਈ ਕੋਈ ਕਿਸੇ ਤਰ੍ਹਾਂ ਦੀਆਂ ਐਫਰਟਸ ਦੁਨੀਆ ਦੇ ਵਿੱਚ ਹੈਗੀਆਂ ਨੇ ਜਿਨ੍ਹਾਂ ਨੂੰ ਆਪਾਂ ਦੇਖ ਸਕੀਏ? ਦੇਖੋ, ਐਂਟੀ ਵਾਰ ਆ ਜਿਹੜੀ ਬਹੁਤ ਵੱਡੀ ਮੂਵਮੈਂਟ ਸੀ। ਜਦੋਂ ਵੀਅਤਨਾਮ ਦੀ ਵਾਰ ਸੀਗੀ ਉਦੋਂ ਬਹੁਤ ਵੱਡੇ ਮੁਜ਼ਾਹਰੇ ਹੋਏ। ਅਮਰੀਕਾ 'ਚ ਵੀ ਐਂਟੀ ਵਾਰ ਮੂਵਮੈਂਟ ਸਭ ਤੋਂ ਵੱਡੀ ਸੀ। ਇਸੇ ਤਰ੍ਹਾਂ ਸਾਰੇ ਦਾ ਸਾਰਾ ਯੂਰਪ ਤੋਂ ਲੈ ਕੇ ਇਹ ਸਾਰੇ ਖਿੱਤਿਆਂ ਦੇ ਵਿੱਚ ਜਦੋਂ ਅਫਗਾਨਿਸਤਾਨ ਤੇ ਸੀ ਜਾਂ ਇਰਾਕ ਤੇ ਸੀ ਐਂਟੀ ਵਾਰ, ਹੁਣ ਤਰਾਸਦੀ ਮਨਵੀਰ ਉਦੋਂ ਭਿਆਨਕ ਇਸ ਕਰਕੇ ਆ, ਇਹਨਾਂ ਮੁਲਕਾਂ ਦੇ ਰੂਲਰ ਇਸ ਕਿਸਮ ਦੇ ਆ ਗਏ
ਜਿਵੇਂ ਸੋਵੀਅਤ ਰਸ਼ੀਆ ਦਾ ਰੂਲਰ ਇਸ ਵੇਲੇ ਹੈਗਾ ਪੁਤਿਨ, ਉਹ ਪਾਵਰ ਨਹੀਂ ਛੱਡਣਾ ਚਾਹੁੰਦਾ। ਅਥਾਰਟੇਰੀਅਨ ਸਟੇਟਸ ਆ ਗਈਆਂ, ਡੈਮੋਕ੍ਰੇਸੀਆਂ ਡਿਕਲਾਈਨ ਕਰ ਗਈਆਂ, ਉਹ ਪਾਵਰ ਲਈ ਜੰਗ ਉਹਦੇ ਲਈ ਇੱਕ ਹਿੱਸਾ ਬਣ ਗਈ ਆ। ਇਸ ਕਰਕੇ ਯੂਕਰੇਨ ਦੀ ਜੰਗ ਉਹ ਬੰਦ ਨਹੀਂ ਕਰਨ ਜਾ ਰਿਹਾ। ਕੱਲ ਨੂੰ ਹੋ ਸਕਦਾ ਜੇ ਸਾਡੇ ਰੂਲਰ ਨਹੀਂ ਛੱਡਣਗੇ, ਇਹ ਵੀ ਕਿਸੇ ਨਾਲ ਆਂਢੀ ਗੁਆਂਢੀ ਨਾਲ ਜੰਗ ਵੱਲ ਨੂੰ ਵਧਣਗੇ। ਇਸੇ ਤਰ੍ਹਾਂ ਜਿਹੜਾ ਚਾਈਨਾ ਵਾ, ਚਾਈਨਾ ਦੇ ਵਿੱਚ ਵੀ ਪੂਰੀ ਤਰ੍ਹਾਂ ਅਥਾਰਟੇਰੀਅਨ ਕਿਸਮ ਦਾ ਰੂਲਰ ਆ, ਉਹ ਵੀ ਅਥਾਰਟੀ ਨਹੀਂ ਛੱਡਣਗੇ। ਹੁਣ ਵਾਰ ਪੋਲਿਟਿਕਸ ਤੇ ਜਿਹੜੇ ਰੂਲਰ ਆ ਉਹਨਾਂ ਦਾ ਕੰਬੀਨੇਸ਼ਨ ਹੋ ਗਿਆ, ਜਮਹੂਰੀਅਤਾਂ ਕਮਜ਼ੋਰ ਹੋ ਗਈਆਂ, ਜਿਹੜੀਆਂ ਵਾਰ ਦੀਆਂ ਦੇ ਖਿਲਾਫ ਪੀਸ ਮੂਵਮੈਂਟਾਂ, ਲਹਿਰਾਂ ਨੇ, ਪਾਵਰਾਂ ਨੇ, ਮੁਲਕ ਨੇ, ਉਦੋਂ ਨੌਨ ਅਲਾਈਨਮੈਂਟ ਮੂਵਮੈਂਟ ਸੀ ਬਹੁਤ ਤਕੜੀ। ਬਹੁਤ ਮੁਲਕ ਸੀਗੇ, ਸੋਵੀਅਤ ਯੂਨੀਅਨ ਖੜਾ ਸੀਗਾ, ਚਾਈਨਾ ਖੜਾ ਸੀ, ਬਹੁਤ ਮੁਲਕ ਛੋਟੇ ਛੋਟੇ ਆਜ਼ਾਦ ਮੁਲਕ ਸੀ। 1945 46 47 ਤੋਂ ਬਾਅਦ ਚ ਇੰਨੀ ਵੱਡੀ ਲਹਿਰ ਸੀ ਉਦੋਂ ਨੌਨ ਅਲਾਈਨਮੈਂਟ ਮੂਵਮੈਂਟ ਦੀ। ਕਾਸਟੋ ਵਰਗੇ ਲੀਡਰ ਸੀਗੇ ਤੇ ਕਿੱਡੇ ਕਿੱਡੇ ਨੇਤਾ ਸੀਗੇ ਜਿਹੜੇ ਇਸ ਲੈਵਲ ਤੇ ਖੜ ਰਹੇ ਸੀ। ਅੱਜ ਮਨਵੀਰ ਸਭ ਤੋਂ ਵੱਡੀ ਟ੍ਰੈਜਡੀ ਇਹ ਆ, ਕਿਤੇ ਦੁਨੀਆ 'ਚ ਯੂਕਰੇਨ ਦੀ ਵਾਰ ਦੀਆਂ ਇੰਨੀਆਂ ਤਰਾਸਦੀਆਂ ਆ ਰਹੀਆਂ, ਕਿਸੇ ਲਾਈਮਲਾਈਟ 'ਚ ਅਖਬਾਰਾਂ ਦਾ ਹਿੱਸਾ ਨਹੀਂ ਬਣ ਰਹੀਆਂ, ਉੱਥੋਂ ਦੀਆਂ ਤਬਾਹੀ ਦਾ ਕੋਈ ਹਿੱਸੇ ਨੂੰ ਦਿਖਾ ਰਹੇ, ਥੋੜਾ ਜਿਹਾ ਸੈਂਸਿਟਾਈਜ਼ ਹੁੰਦੇ ਆ, ਫੇਰ ਸੌ ਜਾਂਦੇ ਆ, ਫੇਰ ਉੱਠਦੇ ਆ, ਦੇਖਦੇ ਆ ਜਦੋਂ ਕੋਈ ਮਾੜੀ ਮੋਟੀ। ਕਿਉਂਕਿ ਨਾਟੋ ਜਿਸ ਪਾਵਰਫੁਲ ਢੰਗ ਨਾਲ ਨਾਟੋ ਟੂਲ ਬਣਿਆ ਹੋਇਆ ਮਿਲਟਰੀ ਇੰਡਸਟਰੀਅਲ ਕੰਪਲੈਕਸ ਦਾ ਹੀ, ਇਹਨੇ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਜਿਹੜੀ ਇਹਨੂੰ ਵਾਰ ਨੂੰ ਰੋਕੇ। ਇਹਦੀ ਸਕੇਲ ਵੱਧ ਗਈ ਆ ਵਾਰ ਦੀ, ਇਹਦਾ ਦਾਇਰਾ ਵੱਧ ਗਿਆ, ਇਹਦਾ ਚੌਕਟਾ ਵੱਧ ਗਿਆ, ਆਰਮ ਤੇ ਐਕਸਪੈਂਡੀਚਰ ਵੱਧ ਗਿਆ, ਖਰਚਾ ਵੱਧ ਗਿਆ। $240 ਬਿਲੀਅਨ, ਬਹੁਤ ਵੱਡਾ ਖਤਰਾ। ਇਹਨੇ ਕੀ ਕਰਤਾ, ਇੱਕ ਗੈਰ ਬਰਾਬਰਤਾ ਹੁੰਦੀ ਹੈ, ਇੱਕ ਇਨਸਿਕਿਉਰਿਟੀ ਪੈਦਾ ਕਰਤੀ। ਇੱਕ ਬਹੁਤ ਵੱਡੇ ਪ੍ਰੋਫੈਸਰ ਨੇ ਪ੍ਰਣਵ ਵਰਧਨ, ਉਹਨਾਂ ਦੀ ਕਿਤਾਬ ਆਈ ਹੈ ਵਰਲਡ ਆਫ ਇਨਸਿਕਿਉਰਿਟੀ। ਇਨਸਿਕਿਉਰਿਟੀ ਪੈਦਾ ਕਰਤੀ, ਇਹ ਅਸੁਰੱਖਿਆ ਦੀ ਭਾਵਨਾ। ਜਿਵੇਂ ਸਾਡੇ ਮੁਲਕ 'ਚ ਵੀ ਹੁਣ ਜਿਹੜੀਆਂ ਘਟਨਾਵਾਂ ਵਾਪਰਦੀਆਂ, ਮਿਨੋਰਿਟੀ ਨੂੰ ਦਿਖਾਇਆ ਜਾ ਰਿਹਾ ਮੈਜੋਰਿਟੀ ਪ੍ਰਤੀ ਅਸੁਰੱਖਿਆ ਦੀਆਂ ਭਾਵਨਾ। ਇਸੇ ਤਰ੍ਹਾਂ ਰਸ਼ੀਅਨ ਨੂੰ ਦਿਖਾਇਆ ਜਾ ਰਿਹਾ ਵੀ ਯੂਕਰੇਨ ਜਿਹੜੇ ਆ ਉਹ ਅਸੁਰੱਖਿਆ ਦੀ ਭਾਵਨਾ ਵਾ। ਚਾਈਨਾ ਦੇ ਅੰਦਰ ਵੀ ਇਸ ਕਿਸਮ ਦੀਆਂ। ਜਾਪਾਨੀਆਂ ਨੂੰ ਦਿਖਾਇਆ ਜਾ ਰਿਹਾ ਅਮਰੀਕਾ ਰਾਹੀਂ ਵੀ ਤੁਸੀਂ, ਚੀਨ ਜਿਹੜਾ ਉਹ ਬੜਾ ਖਤਰਾ ਵਾ ਤੁਹਾਡੇ ਲਈ। ਇਸ ਕਰਕੇ ਜਿਹੜੀ ਅਸੁਰੱਖਿਆ ਦੀ ਭਾਵਨਾ ਉਹ ਗਲੋਬਲ ਲੈਵਲ ਤੇ ਚੱਲ ਰਹੀ ਹੈ। ਅਮਰੀਕਨ ਨੂੰ ਦਾ ਪਹਿਲੀ ਜੰਗ 'ਚ ਵੀ ਨਹੀਂ ਕੁਛ ਹੋਇਆ, ਨਾ ਇਰਾਨ 'ਚ, ਇਰਾਕ 'ਚ, ਜਿੰਨੀਆਂ ਜੰਗਾਂ ਲੜੀਆਂ, ਨਾ ਯੂਕਰੇਨ ਦਾ, ਕਿਉਂਕਿ ਉਹਦੇ ਖਿੱਤੇ ਦੇ ਨੇੜੇ ਕੋਈ ਪਾਵਰਫੁਲ ਮੁਲਕ ਨਹੀਂ, ਉਹਦੇ ਬਾਰਡਰ ਕਿਸੇ ਲੈਵਲ। ਯੂਨਾਈਟਿਡ ਨੇਸ਼ਨਸ ਜਿਹੜੀ ਯੂਐਨਓ ਸਰ, ਉਹ ਵੀ ਇੱਕ ਜਥੇਬੰਦੀ ਆਈ, ਯੂਨਾਈਟਿਡ ਨੇਸ਼ਨਸ ਜਿਹਨੂੰ ਕਿਹਾ ਜਾਂਦਾ, ਉਹਦਾ ਕੀ ਰੋਲ ਹੈਗਾ, ਜਿਹੜਾ ਜਰਾ ਥੋੜਾ ਜਿਹਾ ਸੰਖੇਪ 'ਚ ਦੱਸ ਸਕੋ। ਦੇਖੋ, ਯੂਨਾਈਟਿਡ ਨੇਸ਼ਨ ਦਾ ਬਹੁਤ ਵੱਡਾ ਰੋਲ ਸੀਗਾ ਸੈਕੰਡ ਵਰਲਡ ਵਾਰ ਤੋਂ, ਉਸ ਪੀਰੀਅਡ ਦੇ ਦੌਰਾਨ ਤੋਂ, ਕਿਉਂਕਿ ਇਹ ਹੌਲੀ ਹੌਲੀ ਕਿਉਂਕਿ ਜਿਹੜੇ ਵੱਡੇ ਪਾਵਰਫੁਲ ਕੰਟਰੀ ਸੀ, ਜਿਨ੍ਹਾਂ ਨੇ ਜਦੋਂ ਨਿਊ ਲਿਬਰਲਿਜ਼ਮ ਦਾ ਏਰਾ ਆਉਂਦਾ, ਨਿਊ ਲਿਬਰਲਿਜ਼ਮ ਦਾ ਏਰਾ ਇਸ ਕਿਸਮ ਦਾ, ਕਾਰਪੋਰੇਟ ਘਰਾਣੇ, ਬਹੁਤ ਵੱਡੇ ਪ੍ਰਾਈਵੇਟ ਕੈਪੀਟਲਿਸਟ, ਉਹਨਾਂ ਦੇ ਹੱਥ ਹੀ ਐਡਵਰਟਾਈਜ਼ਮੈਂਟ, ਉਹ ਸਾਰੀਆਂ ਚੀਜ਼ਾਂ ਆ ਗਈਆਂ। ਹੌਲੀ ਹੌਲੀ ਉਹ ਯੂਐਨਓ ਨੂੰ ਵੀ ਉਸ ਰੂਪ 'ਚ ਆ ਜਾਂਦੇ ਆ। ਤੁਹਾਨੂੰ ਯਾਦ ਹੋਊ ਜਦੋਂ ਵਾਇਰਸ ਦਾ ਮਸਲਾ ਚੱਲਿਆ, ਉਦੋਂ ਜਿਹੜਾ ਵਰਲਡ ਹੈਲਥ ਆਰਗੇਨਾਈਜੇਸ਼ਨ ਤੇ ਟਰੰਪ ਇਸ ਕਰਕੇ ਜ਼ੋਰ ਲਾ ਰਿਹਾ ਸੀ ਵੀ ਚਾਈਨੀਜ਼ ਵਾਇਰਸ ਕਹੋ, ਤਾਂ ਕਿ ਚਾਈਨਾ ਨੂੰ ਬਦਨਾਮ ਕੀਤਾ ਜਾ ਸਕੇ। ਉਸ ਲੈਵਲ ਤੇ ਯੂਐਨਓ ਵੀ ਆ ਜਿਹੜੀ, ਹੁਣ ਉਹਦੇ 'ਚ ਉਹ ਜਾਨ ਹੈ ਨਹੀਂ। ਉਹ ਬੈਠਦੇ ਨੇ ਮੁਲਕ ਹੋਰ ਆ, ਕਿਸੇ ਨਾ ਕਿਸੇ ਲੈਵਲ ਤੇ ਕੋਈ ਉਸ, ਜਿਵੇਂ ਹੁਣ ਜਦੋਂ ਇਹ ਯੂਕਰੇਨ ਵਾਲਾ ਮਸਲਾ ਵੀ ਆ ਜਿਹੜਾ, ਉਹ ਜਦੋਂ ਉੱਪਰਲੇ ਲੈਵਲ ਤੇ, ਚਾਹੇ ਨਾਟੋ 'ਚ, ਚਾਹੇ ਯੂਐਨ, ਜਿਹੜੇ ਵੀ ਅਦਾਰਿਆਂ 'ਚ ਗਿਆ ਵਾ, ਕਿਸੇ ਨੇ ਇਹ ਨਹੀਂ ਕਿਹਾ ਉਹਨੂੰ, ਕਿਉਂਕਿ ਬਾਰਡਰ ਤੇ ਆ ਕੇ ਤੁਹਾਡੇ ਹਥਿਆਰ ਟੇਢੇ ਢੰਗ ਨਾਲ ਰੱਖੇ ਜਾ ਰਹੇ ਆ। ਇਸ ਕਰਕੇ ਬਾਰ-ਬਾਰ ਰੂਸ ਕਹਿ ਰਿਹਾ ਸੀਗਾ ਵੀ ਇਹਨਾਂ ਨੂੰ ਨਾਟੋ ਦੇ ਮੈਂਬਰ ਨਾ ਬਣਾਓ, ਤਾਂ ਇੱਧਰ ਨੂੰ ਨਾ ਲਓ। ਉਹਨੇ ਮੈਂਬਰਸ਼ਿਪ ਲੈ ਕੇ ਵੱਲ ਨੂੰ ਵਧਣ ਦੀ ਜਿਹੜੀ ਹੈਗੀ ਆ, ਛੋਟੇ ਛੋਟੇ ਇੰਨੇ ਬੜੇ ਸ਼ਰੀਫ ਵਧੀਆ ਵਧੀਆ ਮੁਲਕ ਸੀ, ਨਿੱਕੇ ਨਿੱਕੇ, ਉਹ ਅੱਜ ਵਿਚਾਰੇ ਵਾਰ 'ਚ, ਜੰਗ 'ਚ, ਕਿਹੋ ਜਿਹੇ ਉਹਨਾਂ ਦੇ ਰੰਗ ਉੱਡ ਰਹੇ ਆ। ਕਿਉਂਕਿ ਬਹੁਤ ਵੱਡੇ ਜਿਹੜੇ ਸਰੋਤ ਨੇ, ਇਰਾਕ ਦੇ ਵਿੱਚ ਤੇਲ ਦੇ ਭੰਡਾਰ ਸੀ, ਇਹ ਖਿੱਤੇ 'ਚ ਛੋਟੇ ਛੋਟੇ ਮੁਲਕਾਂ ਕੋਲੇ ਬੜੇ ਕੁਦਰਤੀ ਭੰਡਾਰ ਆ, ਉਹਨਾਂ ਤੇ ਵੀ ਅਮਰੀਕਨ ਦੀ ਅੱਖ ਆ। ਕਿਉਂਕਿ ਜੇ ਵਾਰ, ਜੰਗ, ਹਥਿਆਰ ਵੇਚੇ ਜਾਂਦੇ ਆ ਤਾਂ ਉਹਨਾਂ ਨੂੰ ਪ੍ਰੋਫਿਟ ਕਿਸੇ ਲੈਵਲ ਤੇ ਜਾਂਦਾ ਵਾ। ਇਸ ਕਰਕੇ ਇਹ ਸੰਸਥਾਵਾਂ 'ਚੋਂ ਜਾਨ ਨਹੀਂ ਰਹੀ ਜਿਹੜੀਆਂ ਸੈਕੰਡ ਵਰਲਡ ਵਾਰ ਦੇ ਨੇੜੇ ਤੇੜ ਵੀ ਸੀ। ਜੀ, ਗੱਦਾਫੀ ਦੀ ਗੱਲ ਆਉਂਦੀ ਹੈ ਤਾਂ ਇਹ ਬੜਾ ਪਪੂਲਰ ਹੈਗਾ ਜੀ। ਹਰ ਇੱਕ ਆਲਮੋਸਟ ਦੁਨੀਆ ਦੇ ਦੇਸ਼ਾਂ ਦੇ ਲੋਕ ਪੂਰੇ ਇਸ ਗਲੋਬ ਦੇ ਜਾਣਦੇ ਨੇ ਕਿ ਕਿਵੇਂ ਇਹ ਡਰ ਫੈਲਾਇਆ ਗਿਆ ਸੀਗਾ ਕਿ ਉਹਦੇ ਕੋਲ ਕੈਮੀਕਲ ਵੈਪਨ ਹੈਗਾ ਆ, ਔਰ ਉੱਥੇ ਧਾਵਾ ਬੋਲ ਦਿੱਤਾ ਗਿਆ ਸੀ। ਸਰ, ਅੰਤ ਦੇ ਵਿੱਚ
ਤੁਸੀਂ ਕੀ ਕਹਿਣਾ ਚਾਹੋਗੇ? ਕਿਉਂਕਿ ਇਹ ਜੋ ਧਰਤੀ ਹੈ ਪੰਜਾਬ, ਜਿੱਥੇ ਆਪਾਂ ਬੈਠੇ ਹਾਂ ਜੀ, ਬਾਬੇ ਨਾਨਕ ਦੀ ਧਰਤੀ ਹੈ, ਇੱਥੋਂ ਦਾ ਫਲਸਫਾ ਅਲੱਗ ਹੈਗਾ ਜੀ। ਇਹ ਅਲੱਗ ਫਲਸਫੇ ਨੂੰ ਧਿਆਨ 'ਚ ਰੱਖ ਕੇ ਕੀ ਕਹਿਣਾ ਚਾਹੋਗੇ? ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਜਿਹੜੀ ਗੱਲ ਆਇਨਸਟਾਈਨ ਨੇ 1950 ਦੇ ਵਿੱਚ ਮੰਥਲੀ ਰਿਵਿਊ ਦੀ ਪਹਿਲੀ ਲਾਈਨ ਉਹਨੇ ਲਿਖੀ ਸੀ, ਕਹਿੰਦਾ ਜੇ ਧਰਤੀ ਤੇ ਇੰਨੇ ਸਾਇੰਟਿਸਟ, ਇੰਨੇ ਟੀਚਰ, ਇੰਨੀ ਨੌਲੇਜ ਵਾਲੇ, ਇੰਨੇ ਵਿਗਿਆਨੀ ਆ ਜਿਹੜੇ, ਇਹ ਕਹਿੰਦਾ ਸੋਚ ਲੈਣ ਕਿ ਅਸੀਂ ਵਰਲਡ ਪੀਸ, ਸ਼ਾਂਤੀ ਵੱਲ ਨੂੰ ਕਿਵੇਂ ਘਲਾਉਣਾ ਤੇ ਜਿਹੜੀ ਪੋਲਿਟਿਕਸ ਆ ਉਹਨੂੰ ਕੰਟਰੋਲ 'ਚ ਕਿਵੇਂ ਲੈਣਾ, ਉਹ ਲੈ ਕੇ ਜਿਹੜੇ ਸੋਰਸਸ ਆ ਲੋਕਾਂ ਦੇ ਯੂਜ਼ ਕਰਨੇ ਆ, ਤੇ ਜਿਹੜੀ ਜਿੱਥੇ ਜਿੱਥੇ ਮਿਲਟਰੀ ਦਾ ਕੋਈ ਕੰਪਲੈਕਸ ਬਣਦਾ, ਕੋਈ ਹੋਰ ਬਣਦਾ, ਉਹਦੇ ਖਿਲਾਫ ਆਪਣੇ ਖਿੱਤਿਆਂ 'ਚ, ਆਪਣੇ ਇਲਾਕਿਆਂ 'ਚ ਉਹਨਾਂ ਦੇ ਖਿਲਾਫ ਅਸੀਂ ਆਪਣੇ ਲੋਕਾਂ ਨੂੰ ਕਿਵੇਂ ਸਟੈਂਡ ਕਰਾਉਣਾ। ਜੇ ਇਸ ਕਿਸਮ ਦੀਆਂ ਸਟਰਗਲ ਪਾਵਰ ਪੋਲੀਟੀਕਲ ਲੈਵਲ ਦੀਆਂ ਤੇ ਦੂਸਰਾ ਹੈਗਾ ਵੀ ਲੋਕਲ ਲੈਵਲ ਦੀਆਂ, ਇਹ ਯੂਨਾਈਟ ਹੋ ਕੇ ਸਟਰਗਲਸ ਜਿਹੜੀਆਂ ਬਣ ਜਾਣਗੀਆਂ, ਚਾਹੇ ਸਾਡੀ ਪੰਜਾਬ ਦੀ ਧਰਤੀ ਹੋਵੇ, ਅਸੀਂ ਨਹੀਂ ਚਾਹੁੰਦੇ ਪਾਕਿਸਤਾਨ ਤੇ ਭਾਰਤ 'ਚ ਇੱਧਰ ਨੂੰ ਹੋਵੇ, ਚੀਨ ਵਾਲੇ ਲੋਕ ਨਹੀਂ ਚਾਹੁੰਦੇ ਕਿ ਚੀਨ ਦਾ ਤੇ ਜਾਪਾਨੀਆਂ ਦੇ ਹੋਰ ਨਵੀਆਂ ਤਰਾਸਦੀਆਂ ਪੈਦਾ ਹੋ ਜਾਣ, ਇਰਾਕ ਤੇ ਇਰਾਨ ਵਾਲੇ ਨਹੀਂ ਚਾਹੁੰਦੇ, ਯੂਕਰੇਨ ਦੇ ਲੋਕ ਨਹੀਂ ਚਾਹੁੰਦੇ ਤੇ ਰਸ਼ੀਅਨ ਲੋਕ ਨਹੀਂ ਚਾਹੁੰਦੇ ਕਿ ਇਸ ਕਿਸਮ ਦੀਆਂ ਤਰਾਸਦੀਆਂ ਤਾਂ ਐਂਡ ਰਿਜ਼ਲਟ ਲੋਕਾਂ ਨੂੰ ਭੁਗਤਣੀਆਂ ਪੈਂਦੀਆਂ ਨੇ। 6 ਅਗਸਤ 1945 ਦੀ ਤਰਾਸਦੀ ਤੇ 9 ਅਗਸਤ 1945 ਦੀ ਤਰਾਸਦੀ ਉਹ ਲੋਕਾਂ ਨੇ ਭੁਗਤੀ ਆ, ਤੇ ਕਿੰਨਾ ਸਮਾਂ ਲੱਗ ਜਾਂਦਾ ਜਿਹੜੀ ਟੁੱਟੀ ਹੋਈ ਮਾਨਸਿਕ ਤੌਰ ਤੇ, ਸਰੀਰਕ ਤੌਰ ਤੇ, ਆਰਥਿਕ ਦਾ ਤੌਰ ਤੇ ਮੁਲਕਾਂ ਦੀ ਇੰਨੀ ਪਾਵਰ ਸਿਵਲਾਈਜੇਸ਼ਨਾਂ ਬਣਾਉਣ ਦੇ ਅਸੀਂ ਲੈਵਲ ਵਿਗਿਆਨ ਵਿਕਸਿਤ ਕਰ ਲਿਆ ਸੀ। ਆਇਨਸਟਾਈਨ ਨੇ ਏਡੀ ਵੱਡੀ એનર્ਜੀ ਵਾਲਾ E=mc² ਫਾਰਮੂਲਾ ਤਿਆਰ ਕਰ ਲਿਆ ਸੀ। ਇੰਨੀ ਵਿਗਿਆਨ ਦੇ ਲਿਆਕਤ ਦੇ ਆਧਾਰ ਤੇ ਆਪਣੇ ਮੁਲਕ 'ਚ ਉਹਨੇ ਕਿੰਨੀ ਚੀਜ਼ ਖੜੀ ਕਰਨੀ ਸੀ। ਉਹਨੂੰ ਕੀ ਪਤਾ ਵੀ ਮੈਨੂੰ ਵੀ ਦੇਸ਼ ਨਿਕਾਲਾ ਹੋ ਕੇ ਜਿੱਥੇ ਮੈਂ ਜਾਊਂਗਾ ਉਹ ਨਵੇਂ ਮੇਰੇ ਸਿਰ ਤੇ ਉਹ ਪ੍ਰੋਜੈਕਟਾਂ ਰਾਹੀਂ ਇੱਥੇ ਤਬਾਹੀ ਪੈਦਾ ਹੋ। ਇਸ ਕਰਕੇ ਦੌਰ ਜਿਹੜਾ ਬਾਰਬਰਿਜ਼ਮ ਦਾ ਦੌਰ ਬਣਦਾ ਜਾ ਰਿਹਾ, ਇਹ ਬਾਬਰਤਾ ਵਾਲਾ ਹੈਗਾ, ਭਿਆਨਕਤਾ ਵਾਲਾ, ਜਿਹੜੀ ਬਾਹਰ ਨੂੰ ਪੋਲੀਟਿਕਸ ਦੇ ਮੀਨ ਦੇ ਤੌਰ ਤੇ ਵਰਤਣਾ ਸ਼ੁਰੂ ਕਰਤਾ, ਜੰਗ ਨੂੰ ਸਤ੍ਹਾ ਦੇ ਤੌਰ ਤੇ ਵਰਤਣਾ ਸ਼ੁਰੂ ਕਰਤਾ। ਇਹ ਤਰਾਸਦੀ ਬਹੁਤ ਵੱਡੀ ਹੈ ਤੇ ਇਸ ਤਰਾਸਦੀ ਜਾਂ ਇਧਰਲੀ ਡਾਇਰੈਕਸ਼ਨ ਤੋਂ ਸ਼ਿਫਟ ਕਰਨ ਲਈ ਅਸੀਂ ਤਾਂ ਇਸ ਕਿ ਅਸੀਂ ਫਿਰ ਵੀ ਸਿੱਖੀਏ, ਅਸੀਂ 6 ਅਗਸਤ ਤੇ 9 ਅਗਸਤ ਦੀਆਂ ਟ੍ਰੈਜਡੀਆਂ ਚੋਂ ਜਿਹੜੇ ਲੋਕ ਬਚੇ ਆ ਉਹਨਾਂ ਦੀਆਂ ਕਹਾਣੀਆਂ ਤੋਂ, ਉਹਨਾਂ ਦੀਆਂ ਤਰਾਸਦੀਆਂ ਤੋਂ ਤੇ ਲਰਨ ਕਰੀਏ। ਅਸੀਂ ਅਫਗਾਨਿਸਤਾਨ ਦੇ ਉਹਨਾਂ ਬੱਚਿਆਂ ਤੋਂ ਲਰਨ ਕਰੀਏ ਜਿਨ੍ਹਾਂ ਦਾ ਉਜਾੜਾ ਹੋ ਗਿਆ, ਇਰਾਕ ਦੇ ਲੋਕ ਜਿਹੜੇ ਸਾਹ ਹੀ ਨਹੀਂ ਲੈ ਸਕੇ, ਬੜਾ ਸਮਾਂ ਹੋ ਗਿਆ ਉਹਨਾਂ ਨੂੰ, ਯੂਕਰੇਨ 'ਚ ਜਿਹੜੀਆਂ ਤਰਾਸਦੀਆਂ ਵਾਪਰੀਆਂ ਨੇ ਉਹਨਾਂ ਵੱਲ ਨੂੰ ਕਿਤੇ ਨਾ ਕਿਤੇ ਆਵਾਜ਼ ਉਠਾ ਕੇ ਅਸੀਂ ਇਸ ਨੂੰ ਕੋਈ ਅਲਟਰਨੇਟਿਵ ਦੇ ਤੌਰ ਤੇ ਵਿਚਾਰ ਨੂੰ ਵਿਕਸਿਤ ਕਰ ਸਕੀਏ। ਇਹ ਮੇਰੀ ਅਪਰੋਚ ਆ, ਸੋਚ ਆ, ਦ੍ਰਿਸ਼ਟੀ ਆ। ਕੋਈ ਨਹੀਂ ਚਾਹੁੰਦਾ ਕਿ ਇਸ ਧਰਤੀ ਤੇ ਜਿੱਡੀ ਖੂਬਸੂਰਤ ਧਰਤੀ, ਜਿੱਡੇ ਕੁਦਰਤੀ ਸਰੋਤ ਨੇ, ਨਹੀਂ ਇਹ ਇਕੱਲੀ ਜੰਗ ਹੀ ਨਹੀਂ ਜੰਗ ਹੁੰਦੀ, ਇਹ ਇਕੋਲੋਜੀ ਨੂੰ ਵੀ ਤਬਾਹ ਕਰ ਰਹੀ ਆ, ਇਨਵਾਇਰਮੈਂਟ ਨੂੰ ਵੀ ਤਬਾਹ ਕਰ ਰਹੀ ਹੈ। ਇਹ ਬਹੁਤ ਲੰਬਾ ਸਮਾਂ ਬਿਮਾਰੀਆਂ ਨੂੰ, ਮਨੁੱਖਤਾ ਦੇ ਸਾਹਮਣੇ ਪਹਿਲਾਂ ਹੀ ਵੱਡੀਆਂ ਚੁਣੌਤੀਆਂ ਨੇ, ਇਹ ਇੱਕ ਹੋਰ ਵੱਡੀ ਚੁਣੌਤੀ, ਇਹਦੀ ਸਕੇਲ ਵੱਡੀ ਆ, ਰੇਂਜ ਵੱਡੀ ਆ, ਇਹਦੀ ਭਿਆਨਕਤਾ ਵੱਡੀ ਆ। ਕਿਸੇ ਖਿੱਤੇ ਸਾਡਿਆਂ ਵੱਲ ਨੂੰ ਜਿੰਨੇ ਹਥਿਆਰਾਂ ਤੇ ਪੈਸਾ ਖਰਚ ਰਹੇ ਨੇ ਸਾਡੇ ਹੁਕਮਰਾਨ, ਚਾਹੇ ਚਾਈਨੀਜ਼ ਹੁਕਮਰਾਨ, ਕੱਲ ਨੂੰ ਜਾਪਾਨੀ ਹੁਕਮਰਾਨ, ਇਹ ਤਰਾਸਦੀ ਅਸੀਂ ਇਸੇ ਖਿੱਤਿਆਂ 'ਚ ਲੜੀ ਜਾਊ। ਅਮਰੀਕਾ ਦੇ ਖਿੱਤੇ 'ਚ ਕੋਈ ਜੰਗ ਨਹੀਂ ਲੜੀ ਜਾਣੀ, ਉਹਨੂੰ ਕਿਸੇ ਤੋਂ ਡਰ ਨਹੀਂ, ਕਿਸੇ ਤੋਂ ਭੈ ਨਹੀਂਗਾ। ਇਸ ਕਰਕੇ ਇਟ ਇਜ਼ ਆਵਰ ਰਿਸਪੋਂਸਿਬਿਲਿਟੀ ਐਂਡ ਡਿਊਟੀ ਟੂ ਡੂ ਦੈਟ ਟਾਈਪ ਆਫ ਥਿੰਗਸ। ਰਾਈਟ ਸਰ, ਨਿਊਕਲੀਅਰ ਪਾਵਰ ਦੇ ਕਈ ਵਧੀਆ ਉਪਯੋਗ, ਸਦ ਉਪਯੋਗ ਵੀ ਕੀਤਾ ਜਾ ਸਕਦਾ ਨਿਊਕਲੀਅਰ ਪਾਵਰ એનર્ਜੀ ਦਾ, ਔਰ ਉਹਦੇ ਤੇ ਆਪਾਂ ਕਦੀ ਇੱਕ ਨਵੀਂ ਚਰਚਾ ਲੈ ਕੇ ਆਡੀਅנס ਦੇ ਸਾਹਮਣੇ ਪੇਸ਼ ਹੋਵਾਂਗੇ। ਸਰ ਅੱਜ ਲਈ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ, ਤੁਹਾਡਾ ਬਹੁਤ ਧੰਨਵਾਦ ਜੀ। ਥੈਂਕ ਯੂ। ਬਹੁਤ ਬਹੁਤ ਧੰਨਵਾਦ।